ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਸਟਾਰਟ ਟਾਕ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੋੜਾ। ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਾਉਂਦੇ ਹਾਂ ਜੀ ਐਂਟਰਟੇਨਮੈਂਟ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ। ਜੇ ਅਸੀਂ ਗੱਲ ਕਰੀਏ ਕਰੋਨਾ ਵਾਇਰਸ ਦੀ ਤਾਂ ਕਰੋਨਾ ਵਾਇਰਸ ਕਰਕੇ ਜਿੱਥੇ ਬਾਕੀ ਖਿੱਤਿਆਂ ਦੇ ਉੱਤੇ ਅਸਰ ਪਿਆ ਤੇ ਐਂਟਰਟੇਨਮੈਂਟ ਇੰਡਸਟਰੀ ਕਿਵੇਂ ਬਚ ਸਕਦੀ ਸੀ ਤਾਂ ਐਂਟਰਟੇਨਮੈਂਟ ਇੰਡਸਟਰੀ ਤੇ ਵੀ ਇਸ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ। ਲੋਕਡਾਊਨ ਦੇ ਵਿੱਚ ਕਈ ਸਿਤਾਰਿਆਂ ਨੇ ਖੁਦਕੁਸ਼ੀ ਕਰ ਲਈ ਤੇ ਕਈਆਂ ਵੱਲੋਂ ਦੀ ਇੱਦਾਂ ਦੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਉਹਨਾਂ ਦੀ ਪੇਮੈਂਟਸ ਜਿਹੜੀਆਂ ਨੇ ਉਹ ਕਲੀਅਰ ਨਹੀਂ ਕੀਤੀਆਂ ਜਾ ਰਹੀਆਂ। ਉੱਥੇ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਟਾਈਮ ਤੋਂ ਇਹ ਮੰਗ ਚੱਲ ਰਹੀ ਸੀ ਕਿ ਇੱਕ ਫੈਡਰੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬੀ ਆਰਟਿਸਟ ਦੀ ਜਿੰਨੀ ਵੀ ਪ੍ਰੋਬਲਮਸ ਨੇ ਉਹ ਸਾਰਿਆਂ ਨੂੰ ਸਰਕਾਰ ਦੇ ਅੱਗੇ ਰੱਖਿਆ ਜਾ ਸਕੇ। ਤੇ ਇਸ ਲੋਕਡਾਊਨ ਦੇ ਵਿੱਚ ਜਿੱਥੇ ਨੁਕਸਾਨ ਹੋਇਆ ਤੇ ਪੰਜਾਬੀ ਇੰਡਸਟਰੀ ਨੂੰ ਜੀ ਫਾਇਦਾ ਵੀ ਹੋਇਆ। ਇਸ ਲੋਕਡਾਊਨ ਦੇ ਦੌਰਾਨ ਇੱਕ ਪੰਜਾਬੀ ਫਿਲਮ ਫੈਡਰੇਸ਼ਨ ਬਣਾਈ ਜਾ ਰਹੀ ਹੈ। ਜੀ ਹਾਂ, ਬਿਲਕੁਲ ਪੰਜਾਬੀ ਫਿਲਮ ਫੈਡਰੇਸ਼ਨ ਬਣੇਗੀ ਜਿਸ ਦੇ ਥਰੂ ਪੰਜਾਬੀ ਆਰਟਿਸਟ ਦੀ ਜਿੰਨੀ ਵੀ ਪ੍ਰੋਬਲਮਸ ਹੋਣਗੀਆਂ ਉਹ ਸਾਰੀਆਂ ਸਰਕਾਰ ਦੇ ਅੱਗੇ ਰੱਖੀਆਂ ਜਾਣਗੀਆਂ। ਜਿੰਨੀਆਂ ਵੀ ਪੰਜਾਬੀ ਆਰਟਿਸਟ ਦੀਆਂ ਮੰਗਾਂ ਹੋਣਗੀਆਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਅੱਗੇ ਰੱਖਿਆ ਜਾਏਗਾ। ਤੇ ਇਸ ਦੀ 5 ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਮਨੀਸ਼ ਸਾਨੀ ਜੀ, ਵੈਸੇ ਉਹ ਓਮ ਜੀ ਗਰੁੱਪ ਦੇ ਡਿਸਟ੍ਰੀਬਿਊਟਰ ਨੇ ਤੇ ਇਸ ਪੰਜਾਬੀ ਫਿਲਮ ਇੰਡਸਟਰੀ ਦੇ 5 ਮੈਂਬਰੀ ਕਮੇਟੀ ਦੇ ਮੈਂਬਰ ਵੀ ਉਹਨਾਂ ਨੂੰ ਬਣਾਇਆ ਗਿਆ। ਤਾਂ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ, ਸਾਰੀ ਚੀਜ਼ਾਂ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਤਰੀਕੇ ਨਾਲ ਇਹ ਆਈਡੀਆ ਕਿਹਦਾ ਸੀਗਾ ਫੈਡਰੇਸ਼ਨ ਬਣਾਉਣ ਦਾ, ਕਿਸ ਤਰੀਕੇ ਨਾਲ ਕੀ ਮੰਗਾਂ ਨੇ ਉਹਨਾਂ ਦੀਆਂ, ਸਾਰੀ ਗੱਲਾਂ ਬਾਤਾਂ ਕਰਾਂਗੇ ਜੀ ਅੱਜ ਉਹਨਾਂ ਦੇ ਨਾਲ। ਐਂਟਰਟੇਨਮੈਂਟ ਇੰਡਸਟਰੀ ਤੇ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਅਸਰ ਪਿਆ, ਕੀ ਇਫੈਕਟ ਹੋਇਆ ਕਰੋਨਾ ਵਾਇਰਸ ਦਾ? ਬਹੁਤ ਅਸਰ ਹੈ ਜੀ, ਬਿਕੋਜ਼ ਜਿਸ ਤਰ੍ਹਾਂ ਤੁਸੀਂ ਆਲਰੇਡੀ ਕਿਹਾ ਕਿ ਸਾਰੀ ਇੰਡਸਟਰੀਜ਼ ਡਿਸਟਰਬ ਨੇ, ਸੋ ਐਂਟਰਟੇਨਮੈਂਟ ਇਜ਼ ਵਨ ਆਫ ਦਾ ਕੰਟਰੋਵਰਸੀਜ਼ ਇਸ ਟਾਈਮ ਦੀ ਵੀ ਚੱਲ ਰਹੀਆਂ ਨੇ। ਤੁਹਾਨੂੰ ਲੱਗਦਾ ਹੈ ਕਿ ਗੱਲ ਮੰਨੇਗਾ ਕੋਈ ਵੀ ਇਸ ਤਰੀਕੇ ਨਾਲ ਜੋ ਫੈਡਰੇਸ਼ਨ ਦੇ ਜੋ ਮਤਲਬ ਕੋਈ ਵੀ ਡਿਸੀਜਨ ਹੋਏਗਾ ਕਿਸੇ ਵੀ ਚੀਜ਼ ਦੇ ਉੱਤੇ? ਮੇਰਾ ਕੋਈ ਫਾਈਨੈਂਸ਼ੀਅਲ ਡਿਸਪਿਊਟ ਹੈ, ਮੈਂ ਕਿਸੇ ਤੋਂ ਪੈਸੇ ਲੈਣੇ ਸੀ ਕਿ ਮੇਰੇ ਪੈਸੇ ਨਹੀਂ ਮਿਲ ਰਹੇ, ਯੈਸ ਐਸੋਸੀਏਸ਼ਨ ਵਿਲ ਬੀ देयर, ਬਟ ਕਿਸੇ ਦਾ ਪਰਸਨਲ ਕੋਈ ਫੈਮਿਲੀ ਮੈਟਰ ਹੈ ਉੱਥੇ ਐਸੋਸੀਏਸ਼ਨ ਨਹੀਂ ਜਾ ਸਕਦੀ। ਜਦੋਂ ਤੱਕ ਅਸੀਂ ਇਕਜੁੱਟ ਹੋ ਕੇ ਇੱਕ ਜਗ੍ਹਾ ਦੇ ਉੱਤੇ ਨਹੀਂ ਆਵਾਂਗੇ, ਹਮੇਸ਼ਾ ਦੂਸਰੇ ਵਾਲਾ ਫਾਇਦਾ ਲੈ ਕੇ। ਬਹੁਤ ਸਾਰੇ ਆਰਟਿਸਟ ਇਦਾਂ ਦੇ ਹੁੰਦੇ ਜਿਹੜੇ ਕਾਫੀ ਚੰਗੇ ਹੁੰਦੇ ਨੇ ਜਿਨ੍ਹਾਂ ਨੂੰ ਅੱਗੇ ਆਉਣ ਦੀ ਲੋੜ ਹੁੰਦੀ ਹੈ, ਕਿ ਉਹਨਾਂ ਦੀ ਵੀ ਮਦਦ ਕਰੇਗੀ ਇਹ ਫੈਡਰੇਸ਼ਨ? ਕਿਸੇ ਵੀ ਬੰਦੇ ਦੇ ਕੈਰੀਅਰ ਦੇ ਵਿੱਚ ਫੈਡਰੇਸ਼ਨ ਡਾਇਰੈਕਟਲੀ ਇਨਡਾਇਰੈਕਟਲੀ ਹੈਲਪ ਨਹੀਂ ਕਰ ਸਕਦੀ। ਐਂਟਰਟੇਨਮੈਂਟ ਇੰਡਸਟਰੀ ਨੂੰ ਕੋਈ ਰਾਹਤ ਮਿਲੀ ਹੈ ਜਾਂ ਫਿਰ ਅੱਗੇ ਕੋਈ ਉਮੀਦ ਹੈ ਕਿ ਐਂਟਰਟੇਨਮੈਂਟ ਇੰਡਸਟਰੀ ਨੂੰ ਕੋਈ ਰਾਹਤ ਨਹੀਂ ਹੈ ਜੀ, ਮਤਲਬ ਉਹ ਨਾਟ ਫॉर ਪੰਜਾਬ, ਉਹ ਆਲ ਇੰਡੀਆ ਕਿਧਰੇ ਨਹੀਂ। ਲੋਕਾਂ ਦੇ ਵਿੱਚ ਡਰ ਇੰਨਾ ਬੈਠ ਗਿਆ ਕਿ ਦੂਜੇ ਮਾਲਸ ਖੁੱਲ ਵੀ ਗਏ ਨੇ ਤਾਂ ਲੋਕ ਹਲੇ ਜਾ ਨਹੀਂ ਰਹੇ ਮਾਲਸ ਦੇ ਵਿੱਚ। ਤੁਹਾਨੂੰ ਲੱਗਦਾ ਹੈ ਕਿ ਜੇ ਸਿਨੇਮਾ ਘਰ ਖੋਲ ਵੀ ਦਿੱਤੇ ਜਾਂਦੇ ਨੇ ਤਾਂ ਲੋਕੀ ਆਣਗੇ ਉੱਥੇ? ਸਿਨੇਮਾ ਖੁੱਲਣਗੇ, ਡੈਫੀਨੇਟਲੀ ਲੋਕ ਜਾਣਗੇ, ਔਰ ਬਟ ਇਹ ਨਹੀਂ ਕਿ ਅੱਜ ਅਸੀਂ ਇੱਕ ਦਿਨ 'ਚ ਕੋਈ ਚੀਜ਼ ਦਾ ਡਿਸੀਜਨ ਲੈ ਲਈਏ ਜੀ ਕਿ ਲੈਟਸ ਸਪੋਜ਼ਿੰਗਲੀ ਜੀ 3 ਜੁਲਾਈ ਨੂੰ ਸਿਨੇਮਾ ਖੁੱਲ੍ਹਦੇ ਨੇ ਔਰ ਅਸੀਂ 4 ਜੁਲਾਈ ਨੂੰ ਸਵੇਰੇ ਕਹਿਣਾ ਸ਼ੁਰੂ ਕਰ ਦਈਏ ਜੀ ਐਂਟਰਟੇਨਮੈਂਟ ਇੰਡਸਟਰੀ ਖਤਮ ਹੋ ਗਈ, ਸਿਨੇਮੇ ਤੇ ਕੋਈ ਆਇਆ ਹੀ ਨਹੀਂ। ਇਟ ਵਿਲ ਟੇਕ ਟਾਈਮ। ਪ੍ਰੋਡਿਊਸਰਸ ਕਈ ਅਕਸਰ ਜਦੋਂ ਵੀ ਪੈਸਾ ਲਗਾਉਣਾ ਹੋਵੇ ਉਹ ਇਹੀ ਚੀਜ਼ਾਂ ਦੇਖਦੇ ਨੇ ਕਿ ਕਿਹੜੀ ਫਿਲਮ ਤੇ ਅਸੀਂ ਪੈਸਾ ਲਗਾਈਏ ਜਿਹਦੀ ਬਾਕਸ ਆਫਿਸ ਕਲੈਕਸ਼ਨ ਬਹੁਤ ਅੱਛੀ ਹੋਵੇ। ਕੀ ਅਸੀਂ ਬਾਕਸ ਆਫਿਸ ਕਲੈਕਸ਼ਨ ਨੂੰ ਕੰਟੈਂਟ ਦੇ ਨਾਲ ਜੋੜ ਕੇ ਦੇਖ ਸਕਦੇ ਹਾਂ? ਆਫ ਕੋਰਸ ਦੇਖ ਸਕਦੇ ਹਾਂ ਜੀ। ਕੰਟੈਂਟ ਡਿਫਰੈਂਟ ਤਰੀਕੇ ਦਾ ਤੇ ਅਟੈਂਪਟ ਤੇ ਜ਼ਰੂਰ ਹੋਣਗੇ, ਉਹ ਸਕਸੈਸ ਹੁੰਦਾ ਉਹ ਫੇਲ ਹੁੰਦਾ ਹੈ, ਇਹ ਆਡੀਅנס ਤੇ ਡਿਪੈਂਡ ਕਰਦਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਵੇਂ ਕਿ ਲੋਕਡਾਊਨ ਚੱਲਿਆ ਹੋਇਆ, ਅੱਜ ਕੱਲ੍ਹ ਸਵਾਲ ਮੇਰੇ ਖਿਆਲ ਨਾਲ ਆਮ ਜਿਹਾ ਹੋ ਗਿਆ ਵੀ ਲੋਕਡਾਊਨ ਦਾ ਜਿਹੜਾ ਅਸਰ ਹੈ ਉਹ ਮੇਰੇ ਖਿਆਲ ਨਾਲ ਹਰ ਇੱਕ ਦੇ ਉੱਤੇ ਦੇਖਣ ਨੂੰ ਮਿਲ ਰਿਹਾ, ਆਮ ਜ਼ਿੰਦਗੀ ਦੇ ਉੱਤੇ। ਸਰੀਰਕ ਤੌਰ ਤੇ ਤਾਂ ਜਿਹੜਾ ਅਸਰ ਪੈ ਰਿਹਾ ਸਾਡੀ ਜ਼ਿੰਦਗੀਆਂ ਤੇ ਉਹ ਪੈ ਹੀ ਰਿਹਾ, ਪਰ ਜੇ ਆਰਥਿਕ ਤੌਰ ਤੇ ਦੇਖੀਏ ਤਾਂ ਉਹ ਵੀ ਜਿਹੜੀ ਮੰਦੀ ਹੈ ਬਹੁਤ ਜ਼ਿਆਦਾ ਝੱਲਣੀ ਪਈ ਹੈ। ਤੇ ਜੇ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ ਤਾਂ ਐਂਟਰਟੇਨਮੈਂਟ ਇੰਡਸਟਰੀ ਤੇ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਅਸਰ ਪਿਆ, ਕੀ ਇਫੈਕਟ ਹੋਇਆ ਕਰੋਨਾ ਵਾਇਰਸ ਦਾ? ਬਹੁਤ ਅਸਰ ਹੈ ਜੀ, ਬਿਕੋਜ਼ ਜਿਸ ਤਰ੍ਹਾਂ ਤੁਸੀਂ ਆਲਰੇਡੀ ਕਿਹਾ ਕਿ ਸਾਰੀ ਇੰਡਸਟਰੀਜ਼ ਡਿਸਟਰਬ ਨੇ, ਸੋ ਐਂਟਰਟੇਨਮੈਂਟ ਇਜ਼ ਵਨ ਆਫ ਦਾ, ਬਿਕੋਜ਼ ਅਸੀਂ ਐਂਟਰਟੇਨਮੈਂਟ ਦੀ ਜੇ ਗੱਲ ਕਰੀਏ ਤੇ ਐਂਟਰਟੇਨਮੈਂਟ ਮਤਲਬ ਸਿਨੇਮਾਜ਼ ਦੀ, ਜਾਂ ਤਾਂ ਸਿਨੇਮਾ ਵਰ ਦਾ ਫਸਟ ਵਨ ਜਿਹੜੇ ਸਾਰੇ ਬਿਜ਼ਨਸਿਸ ਤੋਂ ਪਹਿਲੇ ਜਿਨ੍ਹਾਂ ਨੂੰ ਕਲੋਜ਼ ਕੀਤਾ ਗਿਆ ਸੀ, ਹੈ ਨਾ, ਔਰ ਐਜ਼ ਆਫ ਨਾਓ ਆਲਮੋਸਟ ਸਾਰੇ ਬਿਜ਼ਨਸਿਸ ਰਿਵਾਈਵ ਹੋ ਗਏ ਨੇ ਅਦਰ ਦੈਨ ਸਿਨੇਮਾਜ਼। ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਇਸ ਇੰਡਸਟਰੀ ਨੂੰ ਜਿਹੜਾ ਸਫ਼ਰ ਉਹ ਬਹੁਤ ਜ਼ਿਆਦਾ ਕਰਨਾ ਪੈ ਰਿਹਾ ਬਾਕੀ ਇੰਡਸਟਰੀਜ਼ ਦੇ ਕੰਪੈਰੇਟਿਵਲੀ। ਤੇ ਜੇ ਇਸ ਟਾਈਮ ਤੇ ਜਿਵੇਂ ਕਿ ਅਸੀਂ ਗੱਲ ਕੀਤੀ ਵੀ ਕਰੋਨਾ ਵਾਇਰਸ ਨੇ ਸਰੀਰਕ ਤੌਰ ਤੇ ਤਾਂ ਲੋਕਾਂ ਨੂੰ ਮਾਰ ਮਾਰੀ ਹੈ, ਪਰ ਦੂਸਰੇ ਪਾਸੇ ਆਰਥਿਕ ਤੌਰ ਤੇ ਵੀ ਮਾਰ ਮਾਰੀ ਹੈ। ਜਿਹਦੀ ਅਸੀਂ ਫਿਊਚਰ ਪਲੈਨਿੰਗਸ ਦੀ ਗੱਲ ਕਰੀਏ, ਜਿਵੇਂ ਕਿ ਤੁਸੀਂ ਦੱਸਿਆ ਕਿ ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਹੈ ਉਹ ਐਂਟਰਟੇਨਮੈਂਟ ਇੰਡਸਟਰੀ ਨੂੰ ਹੋਇਆ। ਸਾਰੇ ਜਿਹੜੀ ਜਿੰਨੇ ਵੀ ਹੋਰ ਬਾਕੀ ਸਾਰੇ ਅਦਾਰੇ ਨੇ ਉਹਨਾਂ ਨੂੰ ਖੋਲਣ ਦੀ ਗੱਲਬਾਤ ਚੱਲ ਰਹੀ ਹੈ, ਪਰ ਐਂਟਰਟੇਨਮੈਂਟ ਇੰਡਸਟਰੀ ਜਿਹੜੀ ਹੈ ਉਹ ਹਲੇ ਵੀ ਮਤਲਬ ਸੋਚਿਆ ਜਾ ਰਿਹਾ ਉਸ ਬਾਰੇ ਵੀ ਅਸੀਂ ਉਹਨੂੰ ਖੋਲੀਏ ਕਿ ਨਾ ਖੋਲੀਏ। ਤੁਹਾਡੀ ਸਾਨੂੰ ਫਿਊਚਰ ਪਲੈਨਿੰਗਸ ਜਿਹੜੀਆਂ ਨੇ ਉਹ ਐਂਟਰਟੇਨਮੈਂਟ ਇੰਡਸਟਰੀ 'ਚ ਕੀ ਚੱਲ ਰਹੀਆਂ ਨੇ, ਕਿ ਅੱਗੇ ਅਸੀਂ ਕਿਸ ਤਰੀਕੇ ਨਾਲ ਕੰਮ ਕਰਾਂਗੇ, ਕੀ ਤਿਆਰੀਆਂ ਇਸ ਟਾਈਮ ਤੇ ਚੱਲ ਰਹੀਆਂ ਨੇ ਐਂਟਰਟੇਨਮੈਂਟ ਇੰਡਸਟਰੀ 'ਚ?
ਮੈਂ ਜਿਸ ਲਈ ਦੋ ਪਾਰਟਸ ਨੇ, ਇੱਕ ਪਾਰਟ ਹੈ ਫਿਲਮ ਪ੍ਰੋਡਕਸ਼ਨ, ਇੱਕ ਪਾਰਟ ਹੈ ਫਿਲਮ ਰਿਲੀਜ਼ ਕਰਨ ਵਾਲਾ, ਹੈ ਨਾ। ਸੋ ਫਿਲਮ ਪ੍ਰੋਡਕਸ਼ਨ ਵਾਲੇ ਪਾਰਟ ਤੇ ਸ਼ੂਟਿੰਗਸ ਮੈਨੂੰ ਲੱਗਦਾ ਕਿ ਗਵਰਨਮੈਂਟ ਆਫ ਪੰਜਾਬ ਕਾਫੀ ਨਾਲ ਡਿਸਕਸ਼ਨਸ ਬਹੁਤ ਨੈਕਸਟ ਲੈਵਲ ਚੱਲ ਰਹੀਆਂ ਨੇ। ਸੋ ਸ਼ੂਟਿੰਗਸ ਲਈ ਹੋਪਫੁਲੀ ਆਪਾਂ ਵਿਦ ਇਨ ਦਿਸ ਮੰਥ ਸ਼ੂਟਸ ਦੀ ਪਰਮਿਸ਼ਨ ਹੋ ਜਾਏਗੀ। ਫਿਰ ਸੈਕਿੰਡ ਪਾਰਟ ਹੈ ਸਿਨੇਮਾਜ਼ ਜਿਹੜੇ ਨੇ ਜੀ, ਉਹ ਡਿਪੈਂਡਿੰਗ ਅਪੋਨ ਕਿ ਆਲ ਇੰਡੀਆ ਕਦੋਂ ਸਿਨੇਮਾਜ਼ ਨੂੰ ਪਰਮਿਸ਼ਨ ਮਿਲਦੀ ਹੈ ਉਹਦੇ ਤੇ ਡਿਪੈਂਡ ਕਰੇਗਾ। ਸੋ ਮੋਸਟ ਲਾਈਕਲੀ ਸਿਨੇਮਾਜ਼ ਜਿਹੜੇ ਨੇ ਉਹ ਜੁਲਾਈ ਮਿਡ ਤੋਂ ਓਪਨ ਹੋ ਪਾਣਗੇ। ਔਰ ਸਿਨੇਮਾਜ਼, ਹਾਂਜੀ, ਸਿਨੇਮਾਜ਼ ਲਈ ਵੀ ਆਲਰੇਡੀ ਪਲਾਨਸ ਜਿਹੜੇ ਨੇ ਉਹ ਪੰਜਾਬ ਗੌਰਮੈਂਟ ਨਾਲ ਡਿਸਕਸ ਹੋ ਚੁੱਕੇ ਨੇ। ਪਲਾਨਸ ਆਫੀਸ਼ੀਅਲੀ ਉਹਨਾਂ ਨੂੰ ਭੇਜ ਦਿੱਤੇ ਗਏ ਨੇ ਕਿ ਹਾਊ ਸਿਟਿੰਗ ਅਰੇਂਜਮੈਂਟਸ ਕਿਸ ਤਰ੍ਹਾਂ ਹੋਣਗੇ, ਕੈਫੇਟੇਰੀਆ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਏਗਾ, ਟਿਕਟਿੰਗ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਏਗਾ। ਇਹ ਸਾਰੀਆਂ ਚੀਜ਼ਾਂ ਆਲਰੇਡੀ ਪੰਜਾਬ ਗੌਰਮੈਂਟ ਨੂੰ ਕੋਲ ਪਹੁੰਚ ਚੁੱਕੀਆਂ ਨੇ ਜੀ। ਸੋ ਅਸੀਂ ਗੱਲ ਕਰ ਰਹੇ ਸੀਗੇ ਵੀ ਪੰਜਾਬੀ ਫਿਲਮ ਫੈਡਰੇਸ਼ਨ ਬਣੀ ਹੈ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ, ਜਿਹਦੀ ਕਾਫੀ ਟਾਈਮ ਤੋਂ ਮੰਗ ਉੱਠ ਰਹੀ ਸੀ, ਕਿਉਂਕਿ ਪੰਜਾਬੀ ਇੰਡਸਟਰੀ ਨੂੰ ਕੌਣ ਦੇਖੇਗਾ, ਕੌਣ ਸੰਭਾਲੇਗਾ, ਇਹ ਸਾਰੀ ਦੀਆਂ ਚਰਚਾਵਾਂ ਸੀਗੀਆਂ। ਇਹ ਪੰਜਾਬੀ ਫੈਡਰੇਸ਼ਨ ਜਿਹੜੀ ਹੁਣ ਬਣੀ ਹੈ ਉਹਦੇ ਬਾਰੇ ਸਾਨੂੰ ਦੱਸੋ। ਇਹ ਪੰਜਾਬੀ ਫਿਲਮ ਫੈਡਰੇਸ਼ਨ ਨਾਮ ਫੈਡਰੇਸ਼ਨ ਜੀ, ਬੇਸਿਕਲੀ ਤਾਂ ਆਪਾਂ ਸਾਰੇ ਪੰਜਾਬੀ ਇੰਡਸਟਰੀ ਜਿਹੜਾ ਇੱਕ ਪਰਿਵਾਰ ਜਿਹਨੂੰ ਅਸੀਂ ਕਹਿੰਦੇ ਹਾਂ, ਪੂਰੇ ਪਰਿਵਾਰ ਨੂੰ ਇੱਕ ਜਗ੍ਹਾ ਲਿਆਉਣ ਦੀ ਕੋਸ਼ਿਸ਼ ਹੈ। ਸੋ ਆਲਰੇਡੀ ਕੁਛ ਆਰਗੇਨਾਈਜੇਸ਼ਨਸ ਵਰਕ ਕਰ ਰਹੀਆਂ ਸੀਗੀਆਂ, ਜਿਹਦੇ ਇੱਕ ਪ੍ਰੋਡਿਊਸਰਸ ਐਸੋਸੀਏਸ਼ਨ ਸੀਗੀ, ਸਮ ਆਰਟਿਸਟ ਐਸੋਸੀਏਸ਼ਨ ਸੀਗੀਆਂ। ਸੋ ਬਟ ਇੱਕ ਇਸ ਤਰ੍ਹਾਂ ਦੀ ਐਸੋਸੀਏਸ਼ਨ ਜਾਂ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਨਹੀਂ ਸੀਗਾ ਜਿੱਥੇ ਪੂਰੀ ਇੰਡਸਟਰੀ ਅੰਡਰ ਵਨ ਰੂਫ ਆ ਪਾਏ। ਸੋ ਪੰਜਾਬੀ ਫਿਲਮ ਫੈਡਰੇਸ਼ਨ ਪਰਟੀਕੂਲਰ ਕਿਸੇ ਸੈਗਮੈਂਟ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੀ। ਇਟਸ ਨਾਟ ਕਿ ਇਹਦੇ ਪ੍ਰੋਡਿਊਸਰਸ ਪਾਰਟ ਹੋਣਗੇ, ਇਟਸ ਨਾਟ ਕਿ ਡਾਇਰੈਕਟਰਸ ਪਾਰਟ ਹੋਣਗੇ। everyone who is part of the ਪੰਜਾਬੀ ਫਿਲਮ ਫਰੈਟਰਨਿਟੀ, ਪੰਜਾਬੀ ਫਿਲਮ ਇੰਡਸਟਰੀ, ਉਹ ਪੰਜਾਬੀ ਫਿਲਮ ਫੈਡਰੇਸ਼ਨ ਦਾ ਪਾਰਟ ਹੋਏਗਾ ਜੀ। ਪਰ ਜਿਵੇਂ ਕਿ ਤੁਸੀਂ ਗੱਲ ਕੀਤੀ ਪੰਜਾਬੀ ਫਿਲਮ ਫੈਡਰੇਸ਼ਨ, ਬਟ ਇਹਦੇ ਵਿੱਚ ਕਈ ਸਿੰਗਰਸ ਵੀ ਆਉਂਦੇ ਨੇ, ਟੈਕਨੀਸ਼ੀਅਨਸ ਵੀ ਆਉਂਦੇ ਨੇ, ਕਿ ਉਹਨਾਂ ਦੀ ਵੀ ਇਹਦੇ ਵਿੱਚ ਮਦਦ ਕੀਤੀ, ਥੀਏਟਰ ਆਰਟਿਸਟ ਵੀ ਆਉਂਦੇ ਨੇ, ਕਿਉਂਕਿ ਕਈ ਸਿੰਗਰ ਏਦਾਂ ਦੇ ਨੇ ਜਿਹੜੇ ਐਕਟਰ ਬਣ ਗਏ, ਕਈ ਐਕਟਰ ਏਦਾਂ ਦੇ ਨੇ ਜਿਹੜੇ ਸਿੰਗਰ ਬਣ ਗਏ, ਥੀਏਟਰ ਆਰਟਿਸਟ ਜਿਹੜੇ ਨੇ ਉਹ ਐਕਟਰ ਬਣ ਰਹੇ ਨੇ, ਤਾਂ ਆਪਣੀ ਆਪਣੀ ਜਿਹੜੀ ਚੇਂਜ ਕਰਦੇ ਰਹਿੰਦੇ ਨੇ ਫੀਲਡ। ਉਸ ਹਿਸਾਬ ਨਾਲ ਸਿੰਗਰਸ ਔਰ ਥੀਏਟਰ ਆਰਟਿਸਟ ਵੀ ਇਹਦੇ ਵਿੱਚ ਸ਼ਾਮਿਲ ਨੇ। ਬਿਲਕੁਲ ਬਿਲਕੁਲ, ਐਵਰੀ ਮਤਲਬ ਇਹ ਪ੍ਰੋਡਿਊਸਰ ਟੂ ਇਹ ਸਪॉट ਬॉय, ਇਹ ਪੂਰਾ ਹਰ ਮਤਲਬ ਫੀਮੇਲ ਐਕਟਰ, ਮੇਲ ਐਕਟਰਸ, ਡਾਇਰੈਕਟਰਸ, ਰਾਈਟਰਸ, ਟੈਕਨੀਸ਼ੀਅਨਸ, ਡੀਓਪੀਜ਼, ਹਰ ਉਹ ਇਨਸਾਨ ਜਿਹੜਾ ਪੰਜਾਬੀ ਫਿਲਮ ਦਾ ਇੰਡਸਟਰੀ ਦਾ ਪਾਰਟ ਹੈ, ਉਹ ਇਸ ਫੈਡਰੇਸ਼ਨ ਦਾ ਪਾਰਟ ਹੈ ਜੀ। ਸਰ ਕੀ ਇਹਦੇ ਵਿੱਚ ਹਰ ਇੱਕ ਤਰੀਕੇ ਦੇ, ਜਿਵੇਂ ਤੁਸੀਂ ਕਿਹਾ ਵੀ ਆਰਟਿਸਟ ਨੂੰ ਅਸੀਂ ਜੋੜ ਕੇ ਦੇਖਦੇ ਹਾਂ, ਅਸੀਂ ਇੱਕ ਫੈਮਿਲੀ ਮੰਨਦੇ ਹਾਂ, ਸਾਰੇ ਇਸ ਦੇ ਵਿੱਚ ਇਨਕਲੂਡ ਨੇ, ਪਰ ਜਿਸ ਹਿਸਾਬ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਾਂ ਪੰਜਾਬੀ ਪੂਰੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਜਿਸ ਹਿਸਾਬ ਨਾਲ ਵਿਵਾਦ ਉੱਠਦੇ ਨੇ, ਜਿਸ ਹਿਸਾਬ ਦੀਆਂ ਕੰਟਰੋਵਰਸੀਜ਼ ਹੁੰਦੀਆਂ ਨੇ, ਇੱਕ ਦੂਸਰੇ ਨੂੰ ਸਹਾਰਦੇ ਨਹੀਂ ਹੈਗੇ ਵੀ ਹਾਂ ਮੇਰੇ ਤੋਂ ਉੱਪਰ ਉੱਠੇ ਜਾਂ ਨੀਚੇ ਉੱਠੇ, ਜਾਂ ਜਿਸ ਤਰੀਕੇ ਦੇ ਵੀ ਕੰਟਰੋਵਰਸੀਜ਼ ਇਸ ਟਾਈਮ ਤੇ ਵੀ ਚੱਲ ਰਹੀਆਂ ਨੇ, ਤੁਹਾਨੂੰ ਲੱਗਦਾ ਹੈ ਕਿ ਗੱਲ ਮੰਨੇਗਾ ਕੋਈ ਵੀ ਇਸ ਤਰੀਕੇ ਨਾਲ ਜੋ ਫੈਡਰੇਸ਼ਨ ਦੇ ਜੋ ਮਤਲਬ ਕੋਈ ਵੀ ਡਿਸੀਜਨ ਹੋਏਗਾ ਕਿਸੇ ਵੀ ਚੀਜ਼ ਦੇ ਉੱਤੇ? ਕਿਉਂਕਿ ਜੋ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਕੰਟਰੋਵਰਸੀਜ਼ ਹੀ ਦੇਖੀਆਂ ਜਾਂਦੀਆਂ ਨੇ। ਨਹੀਂ, ਕੰਸਰਨ ਫੈਡਰੇਸ਼ਨ ਦਾ ਕੰਸਰਨ ਕਿਸੇ ਦੇ ਨਾਲ ਪਰਸਨਲ ਨਹੀਂ ਹੈ ਜੀ। ਫੈਡਰੇਸ਼ਨ ਦਾ ਕੰਸਰਨ ਤੇ ਸਿਰਫ ਉਹਦੇ ਪ੍ਰੋਫੈਸ਼ਨਲ ਇੰਟਰਸਟ ਨਾਲ ਹੈ। ਸੋ ਪ੍ਰੋਫੈਸ਼ਨਲੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਔਰ ਪ੍ਰੋਫੈਸ਼ਨਲੀ ਕਿਸੇ ਦੇ ਨਾਲ ਲੱਗਦਾ ਕਿ ਯਾਰ ਇਸ ਜਗ੍ਹਾ ਦੇ ਉੱਤੇ, ਹਾਂ ਪਰਸਨਲੀ ਉਹ ਚੀਜ਼ਾਂ ਜਿਹੜੀਆਂ ਫॉर ਐਗਜ਼ਾਮਪਲ ਕਿ ਅੱਜ ਕਿਸੇ ਸਾਡੇ ਆਰਟਿਸਟ ਨੂੰ ਇਹ ਲੱਗਦਾ ਕਿ ਯਾਰ ਮੈਂ ਕਿਸੇ ਤੋਂ, ਮੇਰਾ ਕੋਈ ਫਾਈਨੈਂਸ਼ੀਅਲ ਡਿਸਪਿਊਟ ਹੈ, ਮੈਂ ਕਿਸੇ ਤੋਂ ਪੈਸੇ ਲੈਣੇ ਸੀਗੇ, ਮੇਰੇ ਪੈਸੇ ਨਹੀਂ ਮਿਲ ਰਹੇ, ਯੈਸ ਐਸੋਸੀਏਸ਼ਨ ਵਿਲ ਬੀ देयर, ਬਟ ਕਿਸੇ ਦਾ ਪਰਸਨਲ ਕੋਈ ਫੈਮਿਲੀ ਮੈਟਰ ਹੈ ਤੇ ਉੱਥੇ ਐਸੋਸੀਏਸ਼ਨ ਨਹੀਂ ਜਾ ਪਾਏਗੀ। ਸੋ ਸਾਡਾ ਸਿੰਪਲ, ਬਹੁਤ ਸਿੰਪਲ ਕੰਸਰਨ ਹੈ ਜੀ, ਹਰ ਉਹ ਚੀਜ਼ ਜਿਹਦੇ ਨਾਲ ਸਾਹਮਣੇ ਵਾਲੇ ਨੂੰ ਇਹ ਲੱਗੇ ਕਿ ਇਹ ਪੂਰੀ ਐਸੋਸੀਏਸ਼ਨ ਮੇਰੀ ਸਪੋਰਟਸ ਖੜੀ ਹੋਣੀ ਚਾਹੀਦੀ ਹੈ, ਔਰ ਐਸੋਸੀਏਸ਼ਨ ਨੂੰ ਲੱਗੇ ਕਿ ਹਾਂ ਯਾਰ ਟਾਈਮ ਹੈ ਸਾਡੇ ਨਾਲ ਖੜੇ ਹੋਣ ਦਾ, ਐਸੋਸੀਏਸ਼ਨ ਹਮੇਸ਼ਾ ਨਾਲ ਖੜੀ ਹੋਏਗੀ। ਬਿਲਕੁਲ, ਜਿਵੇਂ ਕਿ ਮੈਂ ਗੱਲ ਕੀਤੀ ਕਿ ਇੱਕ ਦੂਸਰੇ ਦੀ ਮੰਨਦੇ ਨਹੀਂ ਹੈਗੇ ਛੇਤੀ ਕਿ ਅਸੀਂ ਦੂਸਰੇ ਦੀ ਬੰਦੇ ਮੰਨੀਏ, ਤੇ ਜੇ ਫੀਲਡ ਅਲੱਗ ਹੋਵੇ ਉਹ ਵੀ ਬਿਲਕੁਲ ਡਿਫਰੈਂਟ ਹੁੰਦਾ। ਸੋ ਜਿਹੜੇ ਇਹਦੀ 5 ਮੈਂਬਰੀ ਕਮੇਟੀ ਦੇ ਇੱਕ ਮੈਂਬਰ ਤੁਸੀਂ ਵੀ ਹੋ, ਸਭ ਤੋਂ ਪਹਿਲਾਂ ਤਾਂ ਵਧਾਈਆਂ ਉਹਦੇ ਲਈ ਤੁਹਾਨੂੰ। ਤੇ ਇਸ ਹਿਸਾਬ ਨਾਲ ਜਿਹੜੇ ਮੈਂਬਰਸ ਨੇ ਉਹ ਸਿਲੈਕਟ ਕੀਤੇ ਗਏ ਨੇ, ਸਿੰਗਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਚੋਂ ਅਲੱਗ ਮੈਂਬਰਸ, ਜਾਂ ਫਿਰ ਕਿਸ ਤਰੀਕੇ ਨਾਲ, ਮਤਲਬ ਚੋਣ ਕਿਸ ਤਰੀਕੇ ਨਾਲ ਹੋਈ ਹੈ 5 ਮੈਂਬਰੀ ਕਮੇਟੀ? ਨਹੀਂ ਦੇਖੋ, ਇੱਕ ਪ੍ਰਾਇਮਰਲੀ ਕਮੇਟੀ ਬਣਾਈ ਗਈ ਹੈ। ਅਸੀਂ ਇੱਕ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਸੋਚ ਰਹੇ ਹਾਂ ਕਿ ਜਦੋਂ ਅਸੀਂ ਕਹਿ ਰਹੇ ਹਾਂ ਕਿ ਸਾਰੀ ਪੰਜਾਬੀ ਫਿਲਮ ਇੰਡਸਟਰੀ ਨੂੰ ਇਹਦਾ ਪਾਰਟ ਬਣਾਉਣਾ ਹੈ, ਸੋ ਅਸੀਂ ਲੇਟਰ ਔਨ ਇੱਕ ਚੀਜ਼ ਡਿਸਾਈਡ ਕਰਾਂਗੇ ਕਿ ਇਸ ਕਮੇਟੀ ਦੇ ਅੰਡਰ ਕੁਝ ਸਬ ਕਮੇਟੀਜ਼ ਬਣਾਈਆਂ ਜਾਣ। ਸਬ ਕਮੇਟੀਜ਼ ਬਣਾ ਕੇ ਯੂ ਕੈਨ ਪਲਾਨ ਕਿ ਠੀਕ ਹੈ ਜੀ ਕਿ ਅਸੀਂ ਇੱਕ ਫੀਮੇਲ ਐਕਟਰਸ ਤੋਂ ਕਿਸੇ ਫੀਮੇਲ ਐਕਟਰਸ ਨੂੰ ਉਹਦਾ ਪਾਰਟ ਬਣਾਈਏ, ਤਾਂ ਕਿ ਅਗਰ ਕੋਈ ਉਸ ਟਾਈਪ ਦੀ ਡਿਸਕਸ਼ਨ ਜਿਹੜੀ ਉਹਨਾਂ ਨੂੰ ਇਹ ਲੱਗਦਾ ਕਿ ਨਹੀਂ ਇਹ ਸਾਡੇ ਫੀਮੇਲ ਦੇ ਰਾਈਟਸ ਦੀ ਗੱਲ ਆ, ਫੀਮੇਲ ਦੀ ਫਾਈਟ ਦੀ ਗੱਲ ਹੈ ਨਾ,
ਸੋ ਉਹ ਜਿਹੜੀ ਸਬ ਕਮੇਟੀ ਹੋਏ ਉਹਨੂੰ ਰਿਪਰੈਜ਼ੈਂਟ ਕਰੇ। ਸੋ ਇਸ ਤਰ੍ਹਾਂ ਦੀ ਪਲੈਨਿੰਗਸ ਨਹੀਂ, ਬਿਕੋਜ਼ ਜਸਟ ਅਸੀਂ ਹਜੇ ਇੱਕ ਇਨੀਸ਼ੀਏਟਿਵ ਲਿਆ ਜੀ ਇਹਨੂੰ ਫੈਡਰੇਸ਼ਨ ਨੂੰ ਫਾਰਮ ਕਰਨ ਦਾ। ਸੋ ਆਉਣ ਵਾਲੇ ਟਾਈਮ 'ਚ ਬਹੁਤ ਸਾਰੇ ਚੀਜ਼ਾਂ ਇਹਦੇ 'ਚ ਇੰਪਲੀਮੈਂਟ ਹੋਣਗੀਆਂ, ਬਹੁਤ ਸਾਰੇ ਸੁਜੈਸ਼ਨਸ ਰਿਕੁਆਇਰਡ ਹੋਣਗੇ, ਸੁਜੈਸ਼ਨਸ ਮੀਡੀਆ ਤੋਂ ਵੀ ਰਿਕੁਆਇਰਡ ਹੋਣਗੇ। ਸੋ ਉਹ ਆਉਣ ਵਾਲੇ ਟਾਈਮ ਸਾਰੀਆਂ ਚੀਜ਼ਾਂ ਪ੍ਰੈਕਟੀਕਲੀ ਮੈਨੇਜ ਹੋਣਗੀਆਂ ਜੀ। ਸੋ ਜੇ ਇਹ ਫੈਡਰੇਸ਼ਨ ਬਣਾਉਣ ਦਾ ਆਈਡੀਆ ਦੀ ਗੱਲ ਕਰੀਏ, ਇਹ ਆਈਡੀਆ ਕਿਹਦਾ ਸੀਗਾ, ਕਿੱਥੋਂ ਦੀ ਸ਼ੁਰੂਆਤ ਹੋਈ ਤੇ ਕਦੋਂ ਦੀ ਪਲੈਨਿੰਗ ਚੱਲ ਰਹੀ ਹੈ ਕਿ ਅਸੀਂ ਪੰਜਾਬੀ ਫਿਲਮ ਫੈਡਰੇਸ਼ਨ ਬਣਾਉਣੀ ਹੈ? ਦੇਖੋ, ਆਈਡੀਆ ਦੀ ਸ਼ੁਰੂਆਤ ਤਾਂ ਆਈ ਥਿੰਕ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਜੀ, ਆਪਾਂ ਇੱਕ ਪਰਿਵਾਰ ਹਾਂ, ਆਪਾਂ ਇੱਕ ਫੈਮਿਲੀ ਹਾਂ। ਸੋ ਆਲਰੇਡੀ ਬਹੁਤ ਟਾਈਮ ਤੋਂ ਸਾਰੇ ਜਦੋਂ ਵੀ ਕਿਸੇ ਜਗ੍ਹਾ ਤੇ ਇਕੱਠੇ ਹੁੰਦੇ ਸੀਗੇ ਅਸੀਂ 10-20-25 ਲੋਕ, ਤੇ ਉੱਥੇ ਹਮੇਸ਼ਾ ਇੱਕ ਵਾਰ ਇਹ ਗੱਲ ਉੱਠਦੀ ਸੀਗੀ ਕਿ ਯਾਰ ਕਿ ਬੰਬੇ 'ਚ ਪ੍ਰੋਡਿਊਸਰ ਐਸੋਸੀਏਸ਼ਨ ਬਹੁਤ ਸਟਰੋਂਗ ਹੈ, ਬੰਬੇ ਦੀ ਉਹ ਐਸੋਸੀਏਸ਼ਨ ਬਹੁਤ ਸਟਰੋਂਗ ਹੈ, ਸੋ ਆਪਾਂ ਵੀ ਮਿਲ ਕੇ ਕੁਝ ਕਰੀਏ। ਸੋ ਇੱਕ ਇਨੀਸ਼ੀਏਟਿਵ ਜਿਹੜਾ ਸੀਗਾ ਉਹ ਸਾਰਿਆਂ ਦਾ ਮਿਲ ਜੁਲ ਕੇ ਇੱਕ ਜੁਆਇੰਟ ਡਿਸੀਜ਼ਨ, ਜੁਆਇੰਟ ਇਨੀਸ਼ੀਏਟਿਵ ਹੈ। ਔਰ ਜਿਹਦੇ ਕਰਕੇ ਅਗੇਨ ਮੈਂ ਕਹਿ ਰਿਹਾ ਜੀ ਕਿ ਇਹ ਸਮੇਂ ਦੀ ਜ਼ਰੂਰਤ ਹੈ ਕਿ ਜਦੋਂ ਤੱਕ ਅਸੀਂ ਇਕਜੁੱਟ ਹੋ ਕੇ ਇੱਕ ਜਗ੍ਹਾ ਦੇ ਉੱਤੇ ਨਹੀਂ ਆਵਾਂਗੇ, ਹਮੇਸ਼ਾ ਦੂਸਰੇ ਵਾਲਾ ਫਾਇਦਾ ਲੈ ਕੇ ਜਾਏਗਾ। ਬਿਲਕੁਲ, ਇਹ ਤਾਂ ਹੁੰਦਾ ਹੀ ਹੈ। ਸੋ ਚੰਗੇ ਕਈ ਵਾਰ ਏਦਾਂ ਹੁੰਦਾ ਵੀ ਜਿਹੜੇ ਚੰਗੇ ਆਰਟਿਸਟ ਨੇ, ਚੰਗੇ ਰਾਈਟਰ ਨੇ ਜਾਂ ਟੈਕਨੀਸ਼ੀਅਨਸ ਦੀ ਅਸੀਂ ਗੱਲ ਕਰੀਏ, ਮਤਲਬ ਬਹੁਤ ਸਾਰੇ ਆਰਟਿਸਟ ਏਦਾਂ ਦੇ ਹੁੰਦੇ ਨੇ ਜਿਹੜੇ ਕਾਫੀ ਚੰਗੇ ਹੁੰਦੇ ਨੇ, ਜਿਨ੍ਹਾਂ ਨੂੰ ਅੱਗੇ ਆਉਣ ਦੀ ਲੋੜ ਹੁੰਦੀ ਹੈ। ਕਿ ਉਹਨਾਂ ਦੀ ਵੀ ਮਦਦ ਕਰੇਗੀ ਇਹ ਫੈਡਰੇਸ਼ਨ? ਕਿਉਂਕਿ ਜਿਨ੍ਹਾਂ ਕੋਲ ਪੈਸਾ ਹੁੰਦਾ ਹੈ ਉਹ ਆਪਣੀ ਪ੍ਰੋਮੋਸ਼ਨਸ ਖੁਦ ਹੀ ਕਰ ਲੈਂਦੇ ਨੇ, ਪਰ ਕਈ ਵਾਰ ਪੈਸਿਆਂ ਦੀ ਘਾਟ ਕਰਕੇ ਜਾਂ ਕੁਝ ਹੋਰ ਪ੍ਰੋਬਲਮਸ ਕਰਕੇ ਉਹ ਅੱਗੇ ਨਹੀਂ ਆ ਪਾਉਂਦੇ। ਉਹਨਾਂ ਦੀ ਮਦਦ ਕਿਸ ਤਰੀਕੇ ਨਾਲ ਕਰੇਗੀ ਇਹ ਫੈਡਰੇਸ਼ਨ? ਨਹੀਂ, ਦੇਖੋ, ਮੈਂ ਫਿਲਹਾਲ ਤੁਹਾਨੂੰ ਇੱਕ ਫੈਡਰੇਸ਼ਨ ਦੀ ਜਿਹੜੀ ਫੰਕਸ਼ਨਿੰਗ ਹੈ ਜੀ, ਫੈਡਰੇਸ਼ਨ ਦੀ ਫੰਕਸ਼ਨਿੰਗ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਕਿਸੇ ਵੀ ਬੰਦੇ ਦੇ ਕੈਰੀਅਰ ਦੇ ਵਿੱਚ ਫੈਡਰੇਸ਼ਨ ਡਾਇਰੈਕਟਲੀ ਇਨਡਾਇਰੈਕਟਲੀ ਹੈਲਪ ਨਹੀਂ ਕਰ ਸਕਦੀ। ਫੈਡਰੇਸ਼ਨ ਸਪੋਰਟ ਕਰ ਸਕਦੀ ਹੈ, ਬਟ ਉਹ ਜਿਹੜੀ ਸਪੋਰਟ ਹੈ ਉਹ ਸਪੋਰਟ ਤਾਂ ਮੈਰਿਟ ਬੇਸਡ ਹੋਣੀ ਹੈ ਜੀ। ਕਿ ਮਤਲਬ ਮੈਂ ਕਹਾਂ ਜੀ ਕਿ XYZ ਆਦਮੀ ਮੇਰਾ ਨੋਨ ਹੈ, ਉਹ ਐਸੋਸੀਏਸ਼ਨ ਉਹਨੂੰ ਸਪੋਰਟ ਕਰੇ, ਇੱਕ ਮੇਰੇ ਨਾਲ ਦੂਸਰੇ ਸਾਡੇ ਕੋਲ ਮੈਂਬਰ ਹੋਣਗੇ XYZ ਉਹਨਾਂ ਦਾ ਨੋਨ ਹੋਏਗਾ। ਸੋ ਇਹ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿ ਕਿਸੇ ਦੇ ਟੈਲੈਂਟ ਨੂੰ ਜਸਟੀਫਾਈ ਕਰਨਾ, ਇਹ ਸਾਰਾ ਕੁਝ ਮੈਰਿਟ ਬੇਸਡ ਹੈ ਜੀ। ਇਹ ਪ੍ਰੋਡਿਊਸਰਸ ਦੀਆਂ ਇੰਡੀਵਿਜੂਅਲ ਕਾਲਸ ਨੇ। ਸੋ ਤੁਸੀਂ ਫੈਡਰੇਸ਼ਨ ਬਣਾਈ ਹੈ, ਫੈਡਰੇਸ਼ਨ ਬਣਾ ਕੇ ਫੈਡਰੇਸ਼ਨ ਦੀ ਫੰਕਸ਼ਨਿੰਗ ਡਿਫਰੈਂਟ ਹੈ। ਫੈਡਰੇਸ਼ਨ ਦੀ ਫੰਕਸ਼ਨਿੰਗ ਡਿਫਰੈਂਟ ਕਿਸ ਤਰ੍ਹਾਂ ਕਿ ਫੈਡਰੇਸ਼ਨ ਦੀ ਫੰਕਸ਼ਨਿੰਗ ਕਿ ਯਾਰ ਅਸੀਂ ਮਿਲ ਜੁਲ ਕੇ ਸਰਕਾਰ ਤੋਂ ਕੀ ਲੈਣਾ, ਅਸੀਂ ਮਿਲ ਜੁਲ ਕੇ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਅੱਜ ਪੰਜਾਬ, ਜੇ ਆਪਾਂ ਪੰਜਾਬ ਦੇ ਕਲਚਰ ਨੂੰ ਇੰਨਾ ਰਿਚ ਕਹਿੰਦੇ ਹਾਂ, ਅੱਜ ਪੰਜਾਬ ਦੀਆਂ ਇੰਨੀਆਂ ਹੈਰੀਟੇਜ ਪ੍ਰੋਪਰਟੀਜ਼ ਨੇ ਜਿਹੜੀਆਂ ਕਿਸੇ ਵੀ ਫਿਲਮ 'ਚ ਨਹੀਂ ਦਿਖਾਈਆਂ ਗਈਆਂ। ਅੱਜ ਪੰਜਾਬੀ ਆਡੀਅנס ਵਰਲਡ ਵਾਈਡ ਹੈ। ਸੋ ਜੇ ਅਸੀਂ ਪੰਜਾਬ ਸਰਕਾਰ ਕੋਲੋਂ ਉਹਨਾਂ ਹੈਰੀਟੇਜ ਪ੍ਰੋਪਰਟੀਜ਼ ਤੇ ਸ਼ੂਟ ਕਰਨ ਦੀ ਪਰਮਿਸ਼ਨ ਲੈ ਲੈਂਦੇ ਹਾਂ, ਤੇ ਉਹ ਵੀ ਮੈਨੂੰ ਲੱਗਦਾ ਇੱਕ ਪੂਰੀ ਪੰਜਾਬੀ ਇੰਡਸਟਰੀ ਦੀ ਅਚੀਵਮੈਂਟ ਹੈ। ਸੋ ਪੰਜਾਬ ਫੰਕਸ਼ਨਿੰਗ ਡਿਫਰੈਂਟ ਹੈ ਜੀ ਫੈਡਰੇਸ਼ਨ ਦੀਆਂ। ਬਿਲਕੁਲ। ਸਰਕਾਰ ਦੀ ਜਿਵੇਂ ਕਿ ਤੁਸੀਂ ਗੱਲ ਕੀਤੀ, ਅਸੀਂ ਸਰਕਾਰ ਕੋਲ ਮੰਗਾਂ ਰੱਖਾਂਗੇ, ਜਿਹੜੀਆਂ ਵੀ ਤੁਹਾਡੀ ਮੰਗਾਂ ਹੋਣਗੀਆਂ, ਜਿਹੜੀਆਂ ਵੀ ਪ੍ਰੋਬਲਮਸ ਆ ਰਹੀਆਂ ਹੋਣਗੀਆਂ, ਉਹ ਸਭ ਤੁਸੀਂ ਪਰ ਹੁਣ ਟਾਈਮ ਦੇ ਵਿੱਚ, ਲੋਕਡਾਊਨ ਦੇ ਵਿੱਚ ਜਾਂ ਫਿਰ ਸਰਕਾਰ ਵੱਲੋਂ ਦੀ ਕਿਸੇ ਵੀ ਤਰੀਕੇ ਦੀ ਕੋਈ ਮਦਦ, ਕੋਈ ਰਾਹਤ ਪੈਕੇਜ ਜਿਵੇਂ ਉਹਨਾਂ ਨੇ ਅਨਾਉਂਸ ਕੀਤਾ ਸੀਗਾ, ਓਕੇ, ਐਂਟਰਟੇਨਮੈਂਟ ਇੰਡਸਟਰੀ ਨੂੰ ਕੋਈ ਰਾਹਤ ਮਿਲੀ ਹੈ ਜਾਂ ਫਿਰ ਅੱਗੇ ਕੋਈ ਉਮੀਦ ਹੈ ਕਿ ਐਂਟਰਟੇਨਮੈਂਟ ਇੰਡਸਟਰੀ ਨੂੰ ਕੋਈ ਰਾਹਤ ਨਹੀਂ ਹੈ ਜੀ। ਮਤਲਬ ਉਹ ਨਾਟ ਫॉर ਪੰਜਾਬ, ਉਹ ਆਲ ਇੰਡੀਆ ਕਿਧਰੇ ਨਹੀਂ ਹੈ। ਸੋ ਉਹ ਆਉਣ ਵਾਲੇ ਟਾਈਮ ਦੇ ਵਿੱਚ ਅਗੇਨ ਕੋਈ ਵੀ ਏਜੰਡਾ ਰੱਖਿਆ ਜਾਏਗਾ। तो बेसिक एजेंडा ਜਿਹੜੇ ਨੇ ਉਹ ਮੈਂ ਤੁਹਾਡੇ ਨਾਲ ਜਿਸ ਤਰ੍ਹਾਂ ਕਿ ਅੱਜ ਅਸੀਂ ਵੀ ਆਰ ਲੁਕਿੰਗ ਫॉर ਕਿ ਪੰਜਾਬੀ ਫਿਲਮ ਦਾ ਸੈਂਸਰ ਬੋਰਡ ਪੰਜਾਬ 'ਚ ਹੋਏ ਜੀ। ਅੱਜ ਬੰਬੇ ਫਿਲਮ ਸੈਂਸਰ ਕਰਾਉਣ ਜਾਣਾ ਪੈਂਦਾ ਜਾਂ ਦਿੱਲੀ ਫਿਲਮ ਸੈਂਸਰ ਕਰਾਉਣ ਜਾਣਾ ਪੈਂਦਾ। ਸੋ ਫੈਡਰੇਸ਼ਨ ਦੀ ਇਹ ਵਰਕਿੰਗ ਹੈ ਕਿ ਉਹ ਪ੍ਰਾਇਮਰੀਲੀ ਚੀਜ਼ਾਂ ਜਿਹੜੀਆਂ ਜਿੰਦੇ ਕਰਕੇ ਅਸੀਂ ਅਨਨੈਸੈਸਰੀਲੀ ਸਫਰ ਕਰਨੇ ਆ, ਉਹ ਚੀਜ਼ਾਂ ਨੂੰ ਪਹਿਲੇ ਕੰਟਰੋਲ ਕਰਕੇ ਸਰਕਾਰ ਕੋਲ ਲੈ ਕੇ ਜਾਇਆ ਜਾਏ ਜੀ। ਕਿਉਂਕਿ ਸਭ ਤੋਂ ਵੱਡਾ ਮੇਰੇ ਖਿਆਲ ਨਾਲ ਮੁੱਦਾ ਹੀ ਪੰਜਾਬੀ ਇੰਡਸਟਰੀ ਦਾ ਇਹ ਰਿਹਾ ਕਿ ਉਹਨਾਂ ਦਾ ਆਪਣਾ ਸੈਂਸਰ ਬੋਰਡ ਨਹੀਂ ਹੈ। ਕਿਉਂਕਿ ਆਪਣੀ ਰਹਿਤ ਮਰਿਆਦਾ ਨੇ, ਆਪਣੇ ਧਾਰਮਿਕ ਕਿਸ ਤਰੀਕੇ ਨਾਲ ਕੀ ਚੀਜ਼ ਦਿਖਾ ਸਕਦੇ ਆ, ਕੀ ਚੀਜ਼ ਨਹੀਂ ਦਿਖਾ ਸਕਦੇ, ਕਿੰਨਾ ਕੁ ਐਕਸਪਰਟ ਕਰ ਸਕਦੇ, ਕਿੰਨਾ ਕੁ ਨਹੀਂ ਕਰ ਸਕਦੇ, ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਪੰਜਾਬੀ ਇੰਡਸਟਰੀ ਦੀਆਂ ਬਾਲੀਵੁੱਡ ਤੋਂ ਬਿਲਕੁਲ ਡਿਫਰੈਂਟ ਨੇ। ਜਦਕਿ ਹੁਣ ਤੱਕ ਅਸੀਂ ਉੱਥੋਂ ਦੀ ਸੈਂਸਰ ਕਰਦੇ ਆ ਰਹੇ ਹਾਂ। ਤੇ ਮੇਰੇ ਖਿਆਲ ਨਾਲ ਕਈ ਏਦਾਂ ਦੇ ਵਿਵਾਦ ਨੇ ਜਿਹੜੇ ਕਿ ਸਿਰਫ ਇਸ ਗੱਲ ਪਿੱਛੇ ਉੱਠਦੇ ਨੇ ਕਿ ਜਿਹੜੀ ਚੀਜ਼ ਪੰਜਾਬੀ ਰਹਿਤ ਮਰਿਆਦਾ ਦੇ ਵਿੱਚ, ਪੰਜਾਬੀ ਕਲਚਰ ਦੇ ਵਿੱਚ ਨਹੀਂ ਆਉਂਦੀ, ਉਹ ਅਸੀਂ ਦਿਖਾ ਦਿੰਦੇ ਹਾਂ ਤੇ ਸੈਂਸਰ ਬੋਰਡ ਉਹਨੂੰ ਸੈਂਸਰ ਨਹੀਂ ਕਰਦਾ। ਸੋ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਇਸ ਵੱਲ ਸੋਚਿਆ ਸੈਂਸਰ ਬੋਰਡ ਬਣਾਉਣ ਵਾਸਤੇ? ਹਜੇ ਤੇ ਜਸਟ ਇੱਕ ਪ੍ਰਪੋਜ਼ਲ ਸਰਕਾਰ ਨੂੰ ਜਾਏਗਾ ਜੀ। ਉਹ ਪ੍ਰਪੋਜ਼ਲ ਤੋਂ ਬਾਅਦ ਸਰਕਾਰ ਕੋਲ ਅਗਰ ਉਹਨਾਂ ਕੋਈ ਵੇ ਆਊਟ ਹੋਏਗਾ ਤੇ ਅਸੀਂ ਬਹੁਤ ਪੋਜ਼ਿਟਿਵ ਹਾਂ ਜੀ, ਕੋਈ ਡੈਫੀਨਿਟਲੀ ਸਰਕਾਰ ਸਪੋਰਟ ਕਰੇਗੀ ਜੀ। ਸੋ ਕਈ ਇਦਾਂ ਦੀਆਂ ਗਾਈਡਲਾਈਨਸ ਨੇ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਵਾਸਤੇ ਆਈਆਂ ਨੇ, ਜਿਵੇਂ ਕਿ 10 ਸਾਲ ਤੋਂ ਘੱਟ ਦੇ ਉਮਰ ਦੇ ਜਿਹੜੇ ਬੱਚੇ ਨੇ ਉਹ ਹਲੇ ਸ਼ੂਟ ਨਹੀਂ ਕਰ ਸਕਦੇ, ਜਾਂ ਫਿਰ ਜਿਹੜੇ 65 ਸਾਲ ਤੋਂ ਉੱਪਰ ਦੇ ਬਜ਼ੁਰਗ ਨੇ ਉਹ ਹਲੇ ਸ਼ੂਟ ਨਹੀਂ ਕਰ ਸਕਦੇ। ਬੇਸ਼ੱਕ ਇਹ ਜਿਹੜੀਆਂ ਗਾਈਡਲਾਈਨਸ ਆਈਆਂ ਨੇ ਉਹ ਲੋਕਾਂ ਦੇ ਹੱਕ ਦੇ ਵਿੱਚ ਆਈਆਂ ਨੇ, ਜਿਹੜੇ ਆਰਟਿਸਟ ਨੇ
ਉਮਰ ਦੇ ਵਿੱਚ ਜਿਹੜੇ ਆਉਂਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਆਈਆਂ ਨੇ ਕਿ ਉਹਨਾਂ ਨੂੰ ਕਿਤੇ ਕਰੋਨਾ ਨਾ ਹੋ ਜਾਵੇ ਜਾਂ ਉਹਦੇ ਨਾਲ ਸੰਕਰਮਿਤ ਨਾ ਹੋ ਜਾਣ ਜਾਂ ਇਦਾਂ ਦੇ ਕੋਈ ਲੱਛਣ ਜਿਹੜੇ ਨੇ ਉਹਨਾਂ ਦੇ ਵਿੱਚ ਆਉਣੇ ਸ਼ੁਰੂ ਨਾ ਹੋ ਜਾਣ ਜਿਸ ਦੇ ਕਰਕੇ ਉਹਨਾਂ ਨੂੰ ਕੁਆਰੰਟਾਈਨ ਕਰਨਾ ਪਵੇ। ਇਹ ਜਿਹੜੇ ਗਾਈਡਲਾਈਨਸ ਆਈਆਂ ਨੇ ਇਹਨਾਂ ਦਾ ਐਂਟਰਟੇਨਮੈਂਟ ਇੰਡਸਟਰੀ ਤੇ ਅੱਗੇ ਕਿੰਨਾ ਕੁ ਫਰਕ ਪਏਗਾ, ਕਿਉਂਕਿ ਕਈ ਏਦਾਂ ਦੇ ਸੀਰੀਅਲ ਸੀਗੇ, ਕਈ ਏਦਾਂ ਦੀ ਮੂਵੀ ਸੀਗੀਆਂ ਜਿਹੜੀ ਕਿ ਬੱਚੇ ਦੇ ਆਸ-ਪਾਸ ਹੀ ਘੁੰਮਦੀਆਂ ਨੇ ਜਾਂ ਫਿਰ ਕਿਸੇ ਬਜ਼ੁਰਗ ਦੇ ਆਸ-ਪਾਸ ਹੀ ਘੁੰਮਦੀਆਂ ਨੇ, ਉਹ ਉਹਨਾਂ ਦੀ ਜਿਹੜੇ ਵਿੱਚ ਆਣੇ ਜ਼ਰੂਰੀ ਹੁੰਦੇ ਨੇ। ਹੁਣ ਕਈ ਆਰਟਿਸਟ ਏਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ 50 ਸਾਲ ਦਾ ਹੋਵੇ ਮੇਕਅਪ ਕਰਕੇ ਅਸੀਂ 65 ਸਾਲ ਦਾ ਉਹਨਾਂ ਨੂੰ ਦਿਖਾ ਸਕਦੇ ਹਾਂ, ਪਰ ਉਹਨਾਂ ਆਰਟਿਸਟ ਦੇ ਉੱਪਰ ਕਿੰਨਾ ਫਰਕ ਪਏਗਾ? ਮੈਨੂੰ ਲੱਗਦਾ ਜੀ ਜਿਹੜਾ ਇਹ ਰੈਗੂਲੇਸ਼ਨ ਜਾਂ ਰੂਲ ਹੈ ਇਹ ਕੋਈ ਪਰਮਾਨੈਂਟ ਨਹੀਂ ਹੈ ਜੀ, ਹੈ ਨਾ, ਇੱਕ ਟੈਂਪਰੇਰੀ ਹੈ। ਇਟ ਕੁਡ ਬੀ ਫॉर 1 ਮੰਥ, ਇਟ ਕੁਡ ਬੀ ਫॉर 2 ਮੰਥਸ। ਸੋ ਮੈਨੂੰ ਲੱਗਦਾ ਕਿ ਜਿੱਥੇ ਹੈਲਥ ਪ੍ਰਾਇਮਰਲੀ ਆ ਜਾਂਦੀ ਹੈ ਉੱਥੇ ਅਸੀਂ ਇਸ ਚੀਜ਼ ਨੂੰ ਮਹੀਨਾ 2 ਮਹੀਨੇ ਮੈਨੇਜ ਵੀ ਕਰ ਸਕਦੇ ਹਾਂ, ਬਟ ਇਹ ਆਈ ਥਿੰਕ ਇਹ ਲਾਈਫ ਟਾਈਮ ਲਈ ਕੁਛ ਇੱਦਾਂ ਦਾ ਬਾਹਰ ਨਹੀਂ ਹੈ। ਔਰ ਅਗੇਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਹੈਲਥ ਪ੍ਰਾਇਮਰਲੀ ਹੈ ਸਾਰਿਆਂ ਲਈ, ਹੈਲਥ ਦੀ ਸੇਫਟੀ ਲਈ ਹੀ ਕੀਤਾ ਗਿਆ। ਸੋ ਇਹ ਮੈਨੂੰ ਲੱਗਦਾ ਕਿ ਇਹ ਮਹੀਨਾ 2 ਮਹੀਨੇ ਮੈਨੇਜ ਹੋ ਸਕਦੀ ਹੈ ਇਹ ਵਾਲੀ ਚੀਜ਼। ਓਕੇ ਜੀ, ਸੋ ਕਮੀਆਂ ਤੁਹਾਡੇ ਹਿਸਾਬ ਨਾਲ ਗਾਈਡਲਾਈਨਸ ਦੇ ਵਿੱਚ ਕੀ ਕੁਝ ਨੇ ਜਿਹੜੀਆਂ ਤੁਹਾਨੂੰ ਨਜ਼ਰ ਦੇ ਵਿੱਚ ਆਈਆਂ ਵੀ ਹੋਰ ਕੁਝ ਗਾਈਡਲਾਈਨਸ ਹੋਣੀਆਂ ਚਾਹੀਦੀਆਂ ਸੀ ਜਾਂ ਕੁਝ ਨਹੀਂ ਹੋਣੀਆਂ ਚਾਹੀਦੀਆਂ ਸੀ, ਉਹ ਤੁਹਾਨੂੰ ਕਿਤੇ ਕਮੀ ਪੇਸ਼ੀ ਲੱਗੀ ਸਰਕਾਰ ਵੱਲੋਂ ਦੀ? ਨਹੀਂ ਦੇਖੋ ਜੀ, ਗਾਈਡਲਾਈਨ ਦੀ ਐਗਜ਼ੀਕਿਊਸ਼ਨ ਬਹੁਤ ਇੰਪੋਰਟੈਂਟ ਹੈ। ਪਹਿਲੇ ਅਸੀਂ ਜਦੋਂ ਤੱਕ ਫਲੋਰ ਤੇ ਜਾ ਕੇ ਕੋਈ ਫਿਲਮ ਸ਼ੂਟ ਨਹੀਂ ਕਰਦੇ, ਜਦੋਂ ਤੱਕ ਅਸੀਂ ਕਿਸੇ ਫਿਲਮ ਨੂੰ ਫਲੋਰ ਤੇ ਲੈ ਕੇ ਨਹੀਂ ਜਾਂਦੇ, ਉਹ ਸਾਰੀਆਂ ਚੀਜ਼ਾਂ ਨੇ ਔਨ ਪੇਪਰ ਨੇ। ਕੁਝ ਪ੍ਰੈਕਟੀਕਲ ਦਿੱਕਤਾਂ ਹੋਣਗੀਆਂ, ਉਹ ਪ੍ਰੈਕਟੀਕਲ ਦਿੱਕਤਾਂ ਤੁਸੀਂ ਜਦੋਂ ਸ਼ੂਟ ਸਟਾਰਟ ਹੋ ਜਾਣਗੇ ਔਰ ਸਰਕਾਰ ਨੂੰ ਅਪਰੋਚ ਕਰਨਾ ਔਰ ਸਰਕਾਰ ਕੋ ਵਾਪਸ ਜਾਣਾ ਕੋਈ ਬਹੁਤ ਵੱਡਾ ਆਈ ਡੋਂਟ ਥਿੰਕ ਕਿ ਬਹੁਤ ਵੱਡਾ ਕੋਈ ਉਹ ਹੈ ਇਸ਼ੂ ਹੈ। ਸੋ ਇੱਕ ਵਾਰ ਲੈਟ ਸਟਾਰਟ ਦਾ ਸ਼ੂਟ, ਜੋ ਲੱਗੇਗਾ ਕਿ ਆਹ ਚੀਜ਼ਾਂ ਯਾਰ ਪ੍ਰੈਕਟੀਕਲੀ ਇਹਦੇ 'ਚ ਹੋਰ ਰਿਲੈਕਸੇਸ਼ਨਸ ਹੋਣੀਆਂ ਚਾਹੀਦੀਆਂ ਨੇ, ਉਹ ਡੈਫੀਨੇਟਲੀ ਵਾਪਸ ਡਿਸਕਸ ਹੋ ਸਕਦੀਆਂ ਨੇ। ਬਿਲਕੁਲ। ਸਿਨੇਮਾਜ਼ ਦੀ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਸਿਨੇਮਾਜ਼ ਖੁੱਲਣ 'ਚ ਪਤਾ ਨਹੀਂ ਹਲੇ ਕਿੰਨਾ ਟਾਈਮ ਲੱਗੇਗਾ, ਇਸ ਸਾਲ ਖੁੱਲਦੇ ਵੀ ਨੇ ਸਿਨੇਮਾਜ਼ ਜਾਂ ਨਹੀਂ, ਅਗਲੇ ਸਾਲ 'ਚ ਵੀ ਖੁੱਲਣਗੇ ਜਾਂ ਫਿਰ ਨਹੀਂ, ਜਿਸ ਹਿਸਾਬ ਨਾਲ WHO ਦੇ ਉਹਨਾਂ ਦੀ ਸਟੇਟਮੈਂਟ ਸੀਗੀਆਂ ਕਿ ਹੋ ਸਕਦਾ ਵੀ ਕਰੋਨਾ ਵਾਇਰਸ ਸਾਡੇ ਤੋਂ ਖਤਮ ਹੀ ਨਾ ਹੋਵੇ। ਲੋਕਾਂ ਦੇ ਵਿੱਚ ਡਰ ਇੰਨਾ ਬੈਠ ਗਿਆ ਕਿ ਹੁਣ ਜੇ ਮਾਲਸ ਖੁੱਲ ਵੀ ਗਏ ਨੇ ਤਾਂ ਲੋਕ ਹਲੇ ਜਾ ਨਹੀਂ ਰਹੇ ਮਾਲਸ ਦੇ ਵਿੱਚ। ਤੁਹਾਨੂੰ ਲੱਗਦਾ ਹੈ ਕਿ ਜੇ ਸਿਨੇਮਾ ਘਰ ਖੋਲ ਵੀ ਦਿੱਤੇ ਜਾਂਦੇ ਨੇ ਤਾਂ ਲੋਕੀ ਆਣਗੇ ਉੱਥੇ? ਆਫ ਕੋਰਸ ਆਣਗੇ ਜੀ। ਉਹ ਰੀਜ਼ਨ ਆਉਣ ਦਾ ਕਿ ਮਤਲਬ ਜਿਸ ਤਰ੍ਹਾਂ ਹੁਣ ਇੱਕ ਡਰਾਈਵ ਇਨ ਸਿਨੇਮਾਜ਼ ਨੇ ਆਸਟ੍ਰੇਲੀਆ ਦੇ ਅੰਦਰ, ਡਰਾਈਵ ਇਨ ਸਿਨੇਮਾਜ਼ ਖੁੱਲੇ ਨੇ, ਦੁਬਈ ਦੇ ਅੰਦਰ ਸਿਨੇਮਾਜ਼ ਖੁੱਲ ਚੁੱਕੇ ਨੇ, US ਦੇ ਅੰਦਰ ਅੱਜ ਤੋਂ ਆਲਮੋਸਟ 1 ਮਹੀਨਾ ਪਹਿਲੇ ਸਿਨੇਮਾਜ਼ 2-3 ਜਿਸ ਤਰ੍ਹਾਂ ਚੇਨਸ ਨੇ, AMC ਕਰਕੇ ਇੱਕ ਚੇਨ ਆ, ਉਹਨੇ ਅਜੇ ਖੋਲੇ ਸੀਗੇ, ਟੈਕਸਸ ਸਿਨੇਮਾਜ਼ ਦੀ ਚੇਨ ਹੈ, ਉਹਨਾਂ ਨੇ ਸਿਨੇਮਾਜ਼ ਖੋਲੇ, ਰਿਸਪੌਂਸ ਬਹੁਤ ਵਧੀਆ। ਸੋ ਮੈਨੂੰ ਲੱਗਦਾ ਕਿ ਐਂਟਰਟੇਨਮੈਂਟ ਕਦੀ ਵੀ ਆਊਟਡੇਟਿਡ ਨਹੀਂ ਹੋ ਸਕਦੀ। ਰਹੀ ਗੱਲ ਇਮੀਡੀਏਟਲੀ ਲੋਕਾਂ ਦੇ ਆਉਣ ਦੀ, ਅੱਜ ਇਹ ਮਾਲਸ 8 ਤਰੀਕ ਨੂੰ ਖੁੱਲੇ ਨੇ, ਵੀ ਆਰ ਨੋਟ ਸਪੋਜ਼ ਟੂ ਕਿ 8 ਤਰੀਕ ਨੂੰ ਮਾਲ ਖੁੱਲੇ ਨੇ, 8 ਤਰੀਕ ਨੂੰ ਲੋਕ ਲਾਈਨਾਂ ਲੱਗ ਜਾਣ, ਬਿਕੋਜ਼ ਲੋਕਾਂ ਦੇ ਪ੍ਰਾਇਮਰਲੀ ਚੀਜ਼ਾਂ, ਪ੍ਰਾਇਮਰਲੀ ਜ਼ਰੂਰਤਾਂ ਪਹਿਲੇ ਉਹਨੂੰ ਸੈੱਟ ਕਰਨਾ ਇੰਪੋਰਟੈਂਟ ਹੈ। ਲੋਕਾਂ ਦੇ ਜਿਹੜੇ ਜਿਨ੍ਹਾਂ ਦੇ ਪ੍ਰਾਇਮਰਲੀ ਬਿਜ਼ਨਸਿਸ ਨੇ, ਉਹ ਹਰ ਬੰਦਾ ਨੂੰ ਉਹ ਇਸ ਜਦੋਜਹਿਦ 'ਚ ਹੈ ਕਿ ਮੈਂ ਪਹਿਲੇ ਜਿਹੜਾ ਮੇਰਾ ਕਾਰੋਬਾਰ ਹੈ, ਮੇਰਾ ਕੰਮ ਹੈ, ਮੈਂ ਪਹਿਲੇ ਉਹਨੂੰ ਮੈਨੇਜ ਕਰਾਂ। ਮਾਲ ਜਾ ਕੇ ਸ਼ਾਪਿੰਗ ਕਰਨਾ ਤੁਹਾਡੀ ਜ਼ਰੂਰਤ ਨਹੀਂ ਹੈ, ਉਹ ਤੁਹਾਡੀ ਸਰਪਲਸ ਪੈਸੇ ਦੀ ਇੱਕ ਸਰਪਲਸ ਪੈਸਾ ਹੋਏ ਤੇ ਤੁਸੀਂ ਉਹ ਤੁਹਾਡੀ ਪਰਚੇਜ਼ਿੰਗ ਪਾਵਰ ਬਣਦੀ ਹੈ। ਸੋ ਉਹ ਇਸ ਕਰਕੇ ਨਹੀਂ ਕਿ ਕਰੋਨਾ ਦਾ ਡਰ ਹੈ ਲੋਕ ਤਾਂ ਨਹੀਂ ਜਾ ਰਹੇ, ਇੱਕ ਥੋੜਾ ਜਿਹਾ ਇਕਨੋਮੀ ਨੂੰ ਮੈਨੇਜ ਕਰਨਾ ਪੈਣਾ, ਥੋੜਾ ਜਿਹਾ ਇੰਡੀਵਿਜੂਅਲ ਪਾਕਟਸ ਨੂੰ ਮੈਨੇਜ ਕਰਨਾ ਪੈਣਾ। ਸੋ ਸਿਨੇਮਾਸ ਖੁੱਲਣਗੇ, ਡੈਫੀਨੇਟਲੀ ਲੋਕ ਜਾਣਗੇ। ਔਰ ਬਟ ਇਹ ਨਹੀਂ ਕਿ ਅੱਜ ਅਸੀਂ ਇੱਕ ਦਿਨ 'ਚ ਕੋਈ ਚੀਜ਼ ਦਾ ਡਿਸੀਜ਼ਨ ਲੈ ਲਈਏ ਜੀ ਕਿ ਲੈਟ ਸਪੋਜ਼ਿੰਗਲੀ ਜੀ 3 ਜੁਲਾਈ ਨੂੰ ਸਿਨੇਮਾ ਖੁੱਲ੍ਹਦੇ ਨੇ ਔਰ ਅਸੀਂ 4 ਜੁਲਾਈ ਨੂੰ ਸਵੇਰੇ ਕਹਿਣਾ ਸ਼ੁਰੂ ਕਰ ਦਈਏ ਜੀ ਐਂਟਰਟੇਨਮੈਂਟ ਇੰਡਸਟਰੀ ਖਤਮ ਹੋ ਗਈ, ਸਿਨੇਮੇ ਤੇ ਕੋਈ ਆਇਆ ਹੀ ਨਹੀਂ। ਸੋ ਇਟ ਵਿਲ ਟੇਕ ਟਾਈਮ। ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਜਦੋਂ ਵੀ ਸਿਨੇਮਾਸ ਖੁੱਲਣਗੇ ਉਦੋਂ ਗੈਦਰਿੰਗ ਉਨੀ ਹੀ ਹੋਵੇ, ਕਿਉਂਕਿ ਜੇ ਗੈਦਰਿੰਗ ਹੋਏਗੀ ਮੇਰੇ ਖਿਆਲ ਨਾਲ ਤਾਂ ਹੀ ਸਾਰੇ ਕੰਮ ਛੇਤੀ ਖੁੱਲਣਗੇ, ਆਰਟਿਸਟ ਨੂੰ ਕੰਮ ਵੀ ਉਸੇ ਹਿਸਾਬ ਨਾਲ ਮਿਲੇਗਾ। ਜੇ ਬਾਕਸ ਆਫਿਸ ਕਲੈਕਸ਼ਨ ਦੀ ਅਸੀਂ ਗੱਲ ਕਰੀਏ, ਸੋ ਬਾਕਸ ਆਫਿਸ ਕਲੈਕਸ਼ਨ ਜਿਹੜੀ ਹੈ ਉਹ ਬਹੁਤ ਇਫੈਕਟ ਪਾਉਂਦੀ ਹੈ ਕਿਸੇ ਫਿਲਮ ਦੀ ਸਕਸੈਸ ਤੇ, ਕਿਉਂਕਿ ਅੱਜ ਕੱਲ੍ਹ ਜਦੋਂ ਅਸੀਂ ਕਿਸੇ ਫਿਲਮ ਦੀ ਸਕਸੈਸ ਦੇਖਣੀ ਹੋਵੇ ਤਾਂ ਅਕਸਰ ਅਸੀਂ ਬਾਕਸ ਆਫਿਸ ਕਲੈਕਸ਼ਨ ਦੇਖਦੇ ਹਾਂ। ਪਰ ਜੇ ਅਸੀਂ ਗੱਲ ਕਰੀਏ ਤੁਹਾਡੀ ਹਰਜੀਤਾ ਫਿਲਮ ਜਿਹੜੀ ਤੁਸੀਂ ਡਿਸਟਰੀਬਿਊਟ ਕੀਤੀ ਸੀਗੀ, ਉਹਦੇ ਵਿੱਚ ਕੀ ਹੋਇਆ ਸੀਗਾ ਕਿ ਉਹਨੂੰ ਬਾਕਸ ਆਫਿਸ ਕਲੈਕਸ਼ਨ ਤੇ ਕੋਈ ਜ਼ਿਆਦਾ ਅੱਛੀ ਨਹੀਂ ਹੋਈ ਸੀ ਉਹਦੀ, ਬਟ ਉਹਨੂੰ ਨੈਸ਼ਨਲ ਅਵਾਰਡ ਮਿਲ ਗਿਆ ਸੀਗਾ। ਸੋ ਪ੍ਰੋਡਿਊਸਰਸ ਕਈ ਅਕਸਰ ਜਦੋਂ ਵੀ ਪੈਸਾ ਲਗਾਉਣਾ ਹੋਵੇ ਉਹ ਇਹੀ ਚੀਜ਼ਾਂ ਦੇਖਦੇ ਨੇ ਕਿ ਕਿਹੜੀ ਫਿਲਮ ਤੇ ਅਸੀਂ ਪੈਸਾ ਲਗਾਈਏ ਜਿਹਦੀ ਬਾਕਸ ਆਫਿਸ ਕਲੈਕਸ਼ਨ ਬਹੁਤ ਅੱਛੀ ਹੋਵੇ। ਕੀ ਅਸੀਂ ਬਾਕਸ ਆਫਿਸ ਕਲੈਕਸ਼ਨ ਨੂੰ ਕੰਟੈਂਟ ਦੇ ਨਾਲ ਜੋੜ ਕੇ ਦੇਖ ਸਕਦੇ ਹਾਂ? ਆਫ ਕੋਰਸ ਦੇਖ ਸਕਦੇ ਹਾਂ ਜੀ। ਹਰਜੀਤਾ, ਪਹਿਲੀ ਗੱਲ ਤਾਂ ਹਰਜੀਤਾ ਇੱਕ ਆਪਣੇ ਆਪ 'ਚ ਇੱਕ ਪ੍ਰਾਊਡ ਫੀਲ ਕਰਨ ਵਾਲੀ ਗੱਲ ਹੈ ਕਿ ਯੈਸ ਵੀ ਆਰ ਪਾਰਟ ਆਫ ਹਰਜੀਤਾ, ਹੈ ਨਾ। ਔਰ ਉਸ ਤੋਂ ਬਾਅਦ ਸੈਕਿੰਡ ਗੱਲ ਕੀ ਹੈ ਜੀ ਕਿ ਕੋਈ ਵੀ ਇੰਡਸਟਰੀ ਦੇ ਅੰਦਰ ਜਦੋਂ ਚੇਂਜ ਆਉਂਦਾ ਹੈ, ਹਰਜੀਤਾ ਵਾਜ਼ ਅ ਚੇਂਜ ਜਿਹੜਾ ਸ਼ਾਇਦ ਓਵਰਨਾਈਟ ਲੋਕਾਂ ਨੇ ਐਕਸੈਪਟ ਨਹੀਂ ਕੀਤਾ, ਹੈ ਨਾ। ਇੱਕ ਟਾਈਪ ਦਾ ਸਿਨੇਮਾ ਵਰਕ ਕਰ ਰਿਹਾ ਸੀਗਾ, ਹਰਜੀਤਾ ਇੱਕ ਆਲ ਟੂਗੈਦਰ ਅਲੱਗ ਕੰਟੈਂਟ ਸੀਗਾ, ਅਲੱਗ ਜ਼ੋਨ ਸੀਗਾ। ਸੋ
ਇਸ ਕਰਕੇ ਕਈ ਵਾਰ ਇਹ ਲਾਈਫ ਦੇ ਹਰ 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 ਪਲੇਟਫਾਰਮ ਤੇ ਹਰ ਮੋੜ ਤੇ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਵੀ ਤੁਸੀਂ ਕੋਸ਼ਿਸ਼ ਕਰਦੇ ਹੋ, ਉਹ ਕੋਸ਼ਿਸ਼ ਤੁਹਾਡੇ ਐਫਰਟ 100% ਹੋਣੇ ਚਾਹੀਦੇ ਨੇ। ਰਿਜ਼ਲਟ ਉਹ ਡੈਸਟਨੀ, ਉਹ ਕੁਦਰਤ ਦੇ ਹੱਥ ਹੈ ਕਿ ਹੈ ਨਾ, ਕਿ ਉਹਨੇ ਰਿਜ਼ਲਟ ਕੀ ਕੱਢ ਕੇ ਦੇਣਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜੀ ਬਾਕਸ ਆਫਿਸ ਕਲੈਕਸ਼ਨ ਹੈ ਉਹ ਕਿਸੇ ਪ੍ਰੋਡਿਊਸਰ ਲਈ ਹਮੇਸ਼ਾ ਪ੍ਰਾਇਮਰਲੀ ਰਹਿੰਦੀ ਹੈ, ਕਿਉਂਕਿ ਹਾਰਡ ਅਰਨਡ ਮਨੀ ਹੁੰਦੀ ਹੈ ਨਾ। ਬਟ ਉਹ ਫਿਲਮ ਦਾ ਕੰਟੈਂਟ ਅਗਰ ਵਰਕ ਨਹੀਂ ਕਰਦਾ, ਉਹ ਇੱਕ ਪੀਰੀਅਡ ਸੀਗਾ ਜੀ ਹਰਜੀਤਾ ਦੇ ਬਾਕਸ ਆਫਿਸ ਕਲੈਕਸ਼ਨ ਟੂ ਦਿਸ ਨੈਸ਼ਨਲ ਅਵਾਰਡ, ਹੈ ਨਾ। ਉਹ ਇੱਕ ਜਰਨੀ ਸੀਗੀ, ਜਿਹੜੀ ਜਰਨੀ ਤੁਹਾਨੂੰ ਉੱਥੇ ਤੱਕ ਇੱਕ ਪੇਨਫੁਲ ਜਰਨੀ ਸੀਗੀ, ਹੈ ਨਾ। ਬਟ ਉਹ ਜਰਨੀ ਵੈਨ ਯੂ ਗੋਟ ਨੈਸ਼ਨਲ ਅਵਾਰਡ, ਹੈ ਨਾ, ਉਹ ਸਾਰੀ ਪੇਨ ਤੁਹਾਡੀ ਰਿਲੀਵ ਹੋ ਗਈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਬਟ ਜੇ ਅਸੀਂ ਲੋਕ ਜਿਹੜੇ ਇੰਡਸਟਰੀ ਦਾ ਆਪਣੇ ਆਪ ਨੂੰ ਅਸੀਂ ਇੱਕ ਪਾਰਟ ਕਹਿੰਦੇ ਹਾਂ ਇੰਡਸਟਰੀ ਦਾ, ਹੈ ਨਾ, ਜੇ ਅਸੀਂ ਲੋਕ ਕੋਸ਼ਿਸ਼ ਨਹੀਂ ਕਰਾਂਗੇ ਨਵੇਂ ਕੰਟੈਂਟ ਦੀ, ਡਿਫਰੈਂਟ ਕੰਟੈਂਟ ਦੀ, ਤੇ ਬਾਹਰੋਂ ਤੋਂ ਕਿਸੇ ਨੇ ਆ ਕੇ ਕਰਨਾ ਨਹੀਂ। ਸੋ ਆਪਾਂ ਨੂੰ, ਹੈ ਨਾ, ਸੋ ਇਸ ਕਰਕੇ ਕੰਟੈਂਟ ਡਿਫਰੈਂਟ ਤਰੀਕੇ ਦਾ ਤੇ ਅਟੈਂਪਟ ਤੇ ਜ਼ਰੂਰ ਹੋਣਗੇ। ਉਹ ਸਕਸੈਸ ਹੁੰਦਾ, ਉਹ ਫੇਲ ਹੁੰਦਾ, ਇਹ ਆਡੀਅנס ਤੇ ਡਿਪੈਂਡ ਕਰਦਾ। ਬਿਲਕੁਲ। ਤੁਹਾਨੂੰ ਲੱਗਦਾ ਹੈ ਕਿ ਪ੍ਰੋਡਿਊਸਰਸ ਦੀ ਜਿਹੜੀ ਸੋਚ ਹੈ, ਕਈ ਵਾਰ ਉਹ ਵੀ ਜਦੋਂ ਫਿਲਮਾਂ ਹਿੱਟ ਹੁੰਦੀਆਂ ਨੇ ਉਹਦੇ ਨਾਲ ਚੇਂਜ ਹੋ ਜਾਂਦੀਆਂ ਨੇ। ਜਿਵੇਂ ਕਿ ਜੇ ਵਿਆਹ ਵਾਲੇ ਕਨਸੈਪਟ ਤੇ ਫਿਲਮਾਂ ਬਣ ਰਹੀਆਂ ਨੇ, ਤਾਂ ਕਾਫੀ ਜਿਹੜੇ ਨਵੇਂ ਪ੍ਰੋਡਿਊਸਰਸ ਹੋਣ, ਜਿਨ੍ਹਾਂ ਨੇ ਪੈਸਾ ਲਗਾਉਣਾ ਹੋਵੇ, ਉਹ ਉਸੇ ਫਿਲਮ ਤੇ ਉਸੇ ਕਨਸੈਪਟ ਦੀ ਫਿਲਮਾਂ ਤੇ ਪੈਸਾ ਲਗਾਉਣ ਲੱਗਦੇ ਨੇ ਕਿ ਹਾਂ, ਇਹ ਫਿਲਮਾਂ ਚੱਲ ਰਹੀਆਂ ਨੇ ਤੇ ਇਹਦੀ ਬਾਕਸ ਆਫਿਸ ਕਲੈਕਸ਼ਨ ਬਹੁਤ ਅੱਛੀ ਹੋ ਰਹੀ ਹੈ। ਤੇ ਕਈ ਵਾਰ ਜਿਹੜੀ ਕੰਟੈਂਟ ਬੇਸਡ ਫਿਲਮ ਹੁੰਦੀ ਹੈ, ਜਿਹਦਾ ਕੰਟੈਂਟ ਕਾਫੀ ਅੱਛਾ ਹੋਵੇ, ਲੋਕਾਂ ਨੂੰ ਲੱਗਦਾ, ਪ੍ਰੋਡਿਊਸਰਸ ਨੂੰ ਲੱਗਦਾ ਹੈ ਕਿ ਉਹ ਸ਼ਾਇਦ ਨਹੀਂ ਚੱਲੇਗੀ ਫਿਲਮ, ਤਾਂ ਉਹਦੇ ਤੇ ਪੈਸਾ ਹੀ ਨਹੀਂ ਲਗਾਉਂਦੇ। ਇਹ ਮਾਈਂਡਸੈਟ ਵੀ ਇੱਕ ਪ੍ਰੋਡਿਊਸਰਸ ਦਾ ਹੁੰਦਾ। ऑफ कोर्स ਹੁੰਦਾ ਜੀ ਮਾਈਂਡਸੈਟ, ਕਿਉਂਕਿ ਅਗੇਨ ਕੀ ਕਿਹਾ ਕਿ ਇੱਕ ਹਾਰਡ ਅਰਨਡ ਕਿਸੇ ਦੀ ਮਨੀ ਹੁੰਦੀ, ਔਰ एवरीवन ਵਾਂਟਸ ਟੂ ਪਲੇ ਸੇਫ, ਬਿਕਾਜ਼ ਉਹ ਆਡੀਅנס ਦੇ ਟੇਸਟ ਦੇ ਹਿਸਾਬ ਨਾਲ ਉਹਦੀ ਸਿਕਿਉਰਿਟੀ ਹੈ। ਜੇ ਉਹ ਆਪਣੇ ਟੇਸਟ ਨਾਲ ਕੁਝ ਬਣਾਉਂਦਾ ਹੈ ਔਰ ਉਹ ਫਰਾਈਡੇ ਨੂੰ ਅਗਰ ਵਰਕ ਨਹੀਂ ਕਰਦਾ, ਤੇ ਕਿਸੇ ਨੇ ਉਹਦੀ ਲਾਸ 'ਚ ਕੰਟਰੀਬਿਊਸ਼ਨ ਕਰਨ ਨਹੀਂ ਆਉਣਾ। ਸੋ ਇਸ ਕਰਕੇ ਮਾਈਂਡਸੈਟ ਹੁੰਦਾ ਕਿ ਠੀਕ ਹੈ ਯਾਰ, ਮੈਂ ਸੇਫ ਪਲੇ ਕਰਦਾ। ਬਾਕਸ ਆਫਿਸ ਕਲੈਕਸ਼ਨ ਦੀ ਤਾਂ ਜਿਵੇਂ ਕਿ ਅਸੀਂ ਗੱਲ ਕੀਤੀ, ਤੁਸੀਂ ਬੜੇ ਚੰਗੇ ਤਰੀਕੇ ਨਾਲ ਉਹਨੂੰ ਐਕਸਪਲੇਨ ਵੀ ਕੀਤਾ ਕਿ ਬਿਲਕੁਲ ਪ੍ਰੋਡਿਊਸਰਸ ਦੇ ਨਾਲ ਮੈਟਰ ਕਰਦਾ, ਕਿਉਂਕਿ ਉਹਨਾਂ ਦੀ ਜਿਹੜੀ ਹਾਰਡ ਵਰਕ ਉਹਨਾਂ ਨੇ ਕੀਤਾ ਹੁੰਦਾ, ਉਹ ਜਦੋਂ ਵਾਪਸ ਆਉਂਦਾ ਉਹਦੀ ਉਮੀਦ ਹਰ ਇੱਕ ਨੂੰ ਹੁੰਦੀ ਹੈ। ਪਰ ਜੇ ਓਮ ਜੀ ਗਰੁੱਪ ਦੀ ਅਸੀਂ ਗੱਲ ਕਰੀਏ, ਤਾਂ ਤੁਹਾਡੀ ਇਨਵੋਲਵਮੈਂਟ ਕਿੰਨੀ ਕੁ ਰਹਿੰਦੀ ਹੈ ਫਿਲਮ ਦੀ ਸਿਲੈਕਸ਼ਨ ਦੇ ਵਿੱਚ? ਕਿਉਂਕਿ ਕੁਝ ਡਿਸਟ੍ਰੀਬਿਊਟਰਸ ਹੁੰਦੇ ਨੇ ਜੋ ਕਿ ਸਕ੍ਰਿਪਟਿੰਗ ਤੇ ਜ਼ਿਆਦਾ ਧਿਆਨ ਦਿੰਦੇ ਨੇ, ਕੁਝ ਹੁੰਦੇ ਨੇ ਜਿਹੜੇ ਕੰਟੈਂਟ ਤੇ ਜ਼ਿਆਦਾ ਧਿਆਨ ਦਿੰਦੇ ਨੇ। ਸੋ ਤੁਹਾਡਾ ਕੀ ਪ੍ਰੋਸੈਸ ਹੁੰਦਾ ਫਿਲਮ ਨੂੰ ਡਿਸਟ੍ਰੀਬਿਊਟ ਕਰਨ? ਸਾਡਾ ਪ੍ਰੋਸੈਸ ਦੇਖੋ ਜੀ, ਮਤਲਬ ਮੈਨੂੰ ਲੱਗਦਾ ਕਿ ਅਸੀਂ ਵੀ ਆਰ ਦਾ ਓਨਲੀ ਵਨ ਕਾਈਂਡ ਆਫ ਡਿਸਟ੍ਰੀਬਿਊਟਰਸ ਜਿਹੜੇ ਪ੍ਰੋਡਿਊਸਰਸ ਨਾਲੋਂ ਜ਼ਿਆਦਾ ਵਰਕ ਕਰਦੇ ਹਾਂ, ਹੈ ਨਾ। ਸੋ ਅਸੀਂ ਆਪਣੇ ਆਪ ਨੂੰ ਡੇ 1 ਤੋਂ ਫਰੋਮ ਸਕ੍ਰਿਪਟ ਲੈਵਲ ਟੂ ਰਿਲੀਜ਼ ਆਫ ਦਾ ਫਿਲਮ, ਅਸੀਂ ਉਸ ਪੂਰੀ ਜਰਨੀ ਦਾ ਪ੍ਰੋਸੈਸ ਹਾਂ, ਹੈ ਨਾ। ਸੋ ਕਾਸਟ ਨੂੰ ਔਨਬੋਰਡ ਲਿਆਉਣ ਦੇ ਅੰਦਰ, ਉਸ ਫਿਲਮ ਨੂੰ ਸ਼ੂਟ ਕਰਵਾਉਣ ਦੇ ਅੰਦਰ, ਉਸ ਫਿਲਮ ਦੇ ਬਾਕਸ ਆਫਿਸ ਤੇ ਸਕਸੈਸ ਦੀ ਕੋਸ਼ਿਸ਼ ਕਰਨ ਦੇ ਅੰਦਰ, ਸੋ ਅਸੀਂ ਆਲ ਟੂਗੈਦਰ ਉਹ ਪੂਰੇ ਪ੍ਰੋਸੈਸ ਦਾ ਪਾਰਟ ਆ। ਸੋ ਮੈਨੂੰ ਲੱਗਦਾ ਕਿ ਉਹ ਆਪਣੇ ਆਪ 'ਚ ਅਸੀਂ ਯੂ ਕੈਨ ਸੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਯੂਨੀਕਨੈਸ ਬਣੀ ਰਹੇ। ਬਿਲਕੁਲ। ਤੇ ਲੱਗਦਾ ਕਿ ਮਤਲਬ ਇਸੇ ਕਰਕੇ ਸ਼ਾਇਦ ਹਿੱਟ ਵੀ ਹੁੰਦੀਆਂ ਸਾਰੀਆਂ, ਅੱਜ ਤੱਕ ਤਾਂ ਸਾਰੀਆਂ ਹਿੱਟ ਹੀ ਗਈਆਂ ਨੇ। ਹਾਂਜੀ, ਕੋਸ਼ਿਸ਼ ਤੇ ਇਹੀ ਹੁੰਦੀ ਹੈ ਜੀ। ਜੀ ਸਰ, ਲੋਕਡਾਊਨ ਜਦੋਂ ਖਤਮ ਹੋ ਜਾਏਗਾ, ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਕਦੋਂ ਤੱਕ ਜਿਹੜੀ ਹੈ ਫਿਲਮ ਇੰਡਸਟਰੀ ਪ੍ਰੋਪਰ ਤਰੀਕੇ ਨਾਲ ਆਪਣੇ ਟਰੈਕ ਤੇ ਆ ਜਾਏਗੀ ਵਾਪਸ? ਜਿਵੇਂ ਪਹਿਲਾਂ ਇੰਡਸਟਰੀ ਦੇ ਵਿੱਚ ਕੰਮ ਹੋ ਰਿਹਾ ਸੀਗਾ, ਕਿ ਉਵੇਂ ਅਸੀਂ ਨਾਰਮਲ ਤਰੀਕੇ ਦੇ ਨਾਲ ਦੁਬਾਰਾ ਕੰਮ ਸਾਰਾ ਕਰ ਪਾਵਾਂਗੇ? ਜਦੋਂ ਵੀ ਇੰਡਸਟਰੀ ਰੀਓਪਨ ਹੁੰਦੀ ਹੈ ਜੀ, ਦੇਖੋ ਸ਼ੂਟਸ ਤਾਂ ਜਦੋਂ ਵੀ ਰੀਓਪਨ ਹੋ ਗਏ ਤਾਂ ਸ਼ੂਟ ਸਟਾਰਟ ਹੋ ਜਾਣਗੇ। ਰਹੀ ਗੱਲ ਸਿਨੇਮਾਸ ਦੀ, ਹੈ ਨਾ, ਤਾਂ ਸਿਨੇਮਾਸ ਮੈਨੂੰ ਲੱਗਦਾ ਜਦੋਂ ਵੀ ਓਪਨ ਹੁੰਦੇ ਨੇ ਵਿਦਨ ਸਪੈਨ ਆਫ 3-4 ਵੀਕਸ ਵਾਪਸ ਉਸ ਤਰ੍ਹਾਂ ਪਬਲਿਕ ਆਉਣਾ ਸ਼ੁਰੂ ਹੋ ਜਾਏਗੀ, ਡਿਪੈਂਡਿੰਗ ਅਪਨ ਕੰਟੈਂਟ ਕੀ ਹੈ। ਅੱਜ ਦੇਖੋ ਤੁਸੀਂ ਐਜ਼ ਆਡੀਅנס ਜਾਂ ਮੈਂ ਐਜ਼ ਆਡੀਅנס, ਅਗਰ ਅਸੀਂ ਆਪਣੀ ਫੈਮਿਲੀ ਨਾਲ ਫਿਲਮ ਦੇਖਣ ਜਾਵਾਂਗੇ ਜਾਂ ਇਕੱਲੇ ਵੀ ਫਿਲਮ ਦੇਖਣ ਜਾਵਾਂਗੇ, ਤੇ ਸਾਡੀ ਪ੍ਰਾਇੋਰਟੀ ਤੇ ਹੋਏਗੀ ਕਿ ਯਾਰ ਕੰਟੈਂਟ ਵਰਥ ਵਾਚਿੰਗ ਹੋਵੇ। ਸੋ ਉਹ ਬਹੁਤ ਵੱਡਾ ਇੱਕ ਮੈਨੂੰ ਲੱਗਦਾ ਕਿ ਕੰਟੈਂਟ ਲਈ ਹੁਣ ਸਾਨੂੰ ਬਹੁਤ ਚੂਜ਼ੀ ਹੋਣਾ ਪਏਗਾ। ਕੰਟੈਂਟ ਪ੍ਰੋਡਿਊਸ ਕਰਨ ਲੱਗਿਆ ਵੀ, ਕੰਟੈਂਟ ਡਿਸਟ੍ਰੀਬਿਊਟ ਕਰਨ ਲੱਗਿਆ ਵੀ, ਤੇ ਕਿਉਂਕਿ ਲੋਕਾਂ ਨੂੰ ਹੁਣ ਤੁਸੀਂ ਇੱਕ ਨਵੇਂ ਚੈਲੰਜ ਨਾਲ ਸਿਨੇਮੇ 'ਚ ਵਾਪਸ ਲੈ ਕੇ ਆਉਣਾ। ਸੋ ਸਿਨੇਮਾਸ ਮੈਨੂੰ ਲੱਗਦਾ ਕਿ ਆਡੀਅנס 3-4 ਵੀਕ 'ਚ ਵਾਪਸ ਆ ਜਾਏਗੀ ਜੀ। ਸੋ ਚੂਜ਼ੀ ਜਿਵੇਂ ਕਿ ਤੁਸੀਂ ਕਿਹਾ ਕਿ ਹੋਣਾ ਪਏਗਾ, ਚਾਹੇ ਤੁਸੀਂ ਆਪਣੀ ਗੱਲ ਕੀਤੀ ਜਾਂ ਬਾਕੀ ਡਿਸਟ੍ਰੀਬਿਊਟਰਸ ਵੀ ਸ਼ਾਇਦ ਇਹੀ ਸੋਚ ਰਹੇ ਹੋਣਗੇ ਕਿ ਆਪਾਂ ਉਹ ਕੰਟੈਂਟ ਦਿਖਾਈਏ ਜੋ ਆਡੀਅנס ਦੇਖੇ ਵੀ। ਪਰ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜਾ ਕੰਮ ਹੈ ਉਹ ਇੱਕਦਮ ਡਬਲ ਹੋ ਜਾਏਗਾ ਇੰਡਸਟਰੀ ਦੇ ਉੱਤੇ? ਕਿਉਂਕਿ ਲੋਕਡਾਊਨ ਦੇ ਵਿੱਚ ਮੇਰੇ ਖਿਆਲ ਨਾਲ ਰਾਈਟਰਸ ਨੇ ਵੀ ਬਹੁਤ ਸਾਰੀਆਂ ਫਿਲਮਾਂ ਲਿਖੀਆਂ ਹੋਣਗੀਆਂ, ਪਰ ਜਿਹੜਾ ਕੰਮ ਹੈ ਹੁਣ ਜਿਸ ਹਿਸਾਬ ਨਾਲ ਡਬਲ ਹੋਏਗਾ, ਉਸ ਹਿਸਾਬ ਨਾਲ ਸਾਰੀ ਸਟੇਬਿਲਿਟੀ ਕਿਵੇਂ ਆਏਗੀ ਇੰਡਸਟਰੀ ਦੇ ਵਿੱਚ? ਨਹੀਂ ਦੇਖੋ, ਡਬਲ ਨੰਬਰਸ 'ਚ ਸਿਰਫ ਡਬਲ ਕਰਨਾ ਇਜ਼ ਨਾਟ ਕੋਈ ਅਚੀਵਮੈਂਟ ਕਿ ਆਪਾਂ ਜੀ 40 ਤੋਂ 70 ਫਿਲਮਾਂ ਕਰਤੀਆਂ, ਉਹ ਅਚੀਵਮੈਂਟ ਹੈ ਨਾ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਫਿਲਮ ਫੈਡਰੇਸ਼ਨ ਦੀ ਵੀ, ਇਹ ਵੀ ਵਨ ਆਫ ਦਾ ਪਾਰਟ ਹੈ ਉਹਨਾਂ ਦਾ ਵੀ, ਜਿੱਥੇ ਕੋਸ਼ਿਸ਼ ਇਹ ਕੀਤੀ ਜਾਵੇ ਕਿ
ਹਰ ਇੱਕ ਫਿਲਮ ਨੂੰ ਇੱਕ ਰੀਜ਼ਨੇਬਲ ਸਪੇਸ ਦੇ ਕੇ ਉੱਦਾਂ ਫਿਲਮਸ ਦੀ ਰਿਲੀਜ਼ ਪਲਾਨ ਕੀਤੀ ਜਾਵੇ। ਜਿਹੜੀਆਂ ਫਿਲਮਸ ਆਲਰੇਡੀ ਸ਼ੂਟ ਨੇ ਉਹਨਾਂ ਨੂੰ ਪਹਿਲੇ ਰਿਲੀਜ਼ ਕੀਤਾ ਜਾਵੇ, ਜਿਹੜੀਆਂ ਸ਼ੂਟ ਜਾਣੀਆਂ ਨੇ ਉਹਨਾਂ ਨੂੰ ਅੱਗੇ ਰਿਲੀਜ਼ ਕੀਤਾ ਜਾਵੇ, ਹੈ ਨਾ। ਸੋ ਮੈਨੂੰ ਲੱਗਦਾ ਕਿ ਉਹ ਕਲੈਸ਼ਿਸ ਅਵੋਇਡ ਹੋ ਸਕਦੇ ਨੇ, ਕਿਉਂਕਿ ਉਹ ਕਲੈਸ਼ਿਸ ਜਿਹੜੇ ਨੇ ਉਹਨਾਂ ਨੂੰ ਕੰਟਰੋਲ ਕਿੰਨੇ ਕਰਨਾ, ਉਹ ਪਾਰਟ ਤੇ ਵਿਦਿਨ ਪ੍ਰੋਡਿਊਸਰਸ ਦੇ ਵਿਦਿਨ ਇੰਡਸਟਰੀ ਨੇ। ਸੋ ਉਹ ਕਲੈਸ਼ਿਸ ਅਵੋਇਡ ਹੋ ਸਕਦੇ ਨੇ। ਔਰ ਹਰ ਬੰਦਾ ਇਸ ਟਾਈਮ ਦੇ ਉੱਤੇ ਸਿਰਫ ਇਹ ਸੋਚ ਰਿਹਾ ਕਿ ਜਿਹੜਾ ਬੈਕਲੌਗ ਹੈ ਪਹਿਲੇ ਬੈਕਲੌਗ ਨੂੰ ਰਿਲੀਜ਼ ਕੀਤਾ ਜਾਵੇ, ਦੈਨ ਫਿਰ ਅੱਗੇ ਨਵੀਆਂ ਫਿਲਮਸ ਦੇ ਉੱਤੇ ਜ਼ੋਰ ਦਿੱਤਾ ਜਾਵੇ। ਸੋ ਉਹ ਇੱਕ ਸਟ੍ਰੈਟਜੀ ਬਣ ਸਕਦੀ ਈਜ਼ੀਲੀ ਜੀ। ਸੋ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਆਡੀਅנס ਨੂੰ ਇਹ ਕਹਿਣਾ ਚਾਹਾਂਗਾ ਜੀ ਕਿ ਤੁਸੀਂ ਇੱਕ ਚੰਗਾ ਸਮੇਂ ਪਰਿਵਾਰ ਨਾਲ ਬਤੀਤ ਕਰ ਲਿਆ। ਸੋ ਬਟ ਥੋੜ੍ਹਾ ਜਿਹਾ ਹੋਰ ਆਪਾਂ ਜੇ ਸਬਰ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਸੰਭਾਲ ਲਈਏ ਤਾਂ ਮੈਨੂੰ ਲੱਗਦਾ ਕਿ ਫਿਊਚਰ ਸਾਰਿਆਂ ਲਈ ਸਾਡੇ ਬਹੁਤ ਬ੍ਰਾਈਟ ਹੈ। ਆਪਾਂ ਗੌਰਮੈਂਟ ਨੂੰ ਸਪੋਰਟ ਦਿੰਦੇ ਹਾਂ, ਆਪਣੇ ਪਰਿਵਾਰ ਨੂੰ ਸਪੋਰਟ ਕਰਦੇ ਹਾਂ, ਔਰ ਜਿਸ ਤਰ੍ਹਾਂ ਵੀ ਜਿਹੜੇ ਫੇਸਿਸ 'ਚ ਲੋਕਡਾਊਨ ਖੁੱਲ੍ਹਦਾ ਹੈ ਉਸ ਤਰ੍ਹਾਂ ਆਪਾਂ ਆਪਣੇ ਰੋਜ਼ਮर्रा ਦੀ ਲਾਈਫ 'ਚ ਵਾਪਸ ਆਈਏ, ਔਰ ਵਾਪਸ ਜਿਸ ਤਰ੍ਹਾਂ ਆਪਾਂ ਇੱਕ ਹੈਲਥੀ ਹੈਪੀ ਲਾਈਫ ਸਪੈਂਡ ਕਰ ਰਹੇ ਸੀਗੇ ਵਾਪਸ ਉਸੇ ਜ਼ੋਨ 'ਚ ਵਾਪਸ ਚਲੇ ਜਾਈਏ। ਬਿਲਕੁਲ, ਜਿਵੇਂ ਕਿ ਹੁਣ ਤੁਸੀਂ ਇਹ ਗੱਲ ਕੀਤੀ ਕਿ ਅਸੀਂ ਫੈਮਿਲੀ ਦੇ ਨਾਲ ਆਡੀਅנס ਨੇ ਕਾਫੀ ਜ਼ਿਆਦਾ ਟਾਈਮ ਸਪੈਂਡ ਕਰ ਲਿਆ। ਮਨੀਸ਼ ਸਾਨੀ ਦੀ ਜੇ ਗੱਲ ਕਰੀਏ ਤੇ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਕਾਫੀ ਟਾਈਮ ਸਪੈਂਡ ਕੀਤਾ ਹੋਵੇਗਾ। ਸੋ ਲਾਕਡਾਊਨ ਦਾ ਦੌਰ ਤੁਹਾਡੇ ਲਈ ਕਿਵੇਂ ਦਾ ਰਿਹਾ? ਬਹੁਤ ਵਧੀਆ ਰਿਹਾ ਜੀ, ਬਹੁਤ ਵਧੀਆ ਰਿਹਾ। ਬਿਕੋਜ਼ ਲਾਈਫ 'ਚ ਇੰਨਾ ਟਾਈਮ ਮਤਲਬ ਇਕੱਠੇ ਮਿਲਣਾ, ਤਾਂ ਮੈਂ ਤੁਹਾਨੂੰ ਚਲੋ ਕੌਜ਼ ਗਲਤ ਸੀ ਬਟ ਹੈ ਤਾਂ ਬਲੈਸਿੰਗਸ ਹੈ ਨਾ ਕਿ ਸੋ ਇਸ ਕਰਕੇ ਮਤਲਬ ਮੈਂ ਤਾਂ ਬਹੁਤ ਇੰਜੋਏ ਕੀਤਾ ਜੀ, ਔਰ ਬਹੁਤ ਸਾਰੇ ਤਰ੍ਹਾਂ ਦਾ ਖਾਣਾ ਖਾਧਾ, ਬਹੁਤ ਸਾਰੇ ਤਰ੍ਹਾਂ ਦੀਆਂ ਸਕ੍ਰਿਪਟਸ ਨੂੰ ਪੜ੍ਹਿਆ। ਸੋ ਮੈਨੂੰ ਲੱਗਦਾ ਕਿ ਇਹ ਹਾਂਜੀ ਸੋ ਇਹ ਮੇਰੇ ਲਈ ਇਟਸ ਅ ਗੁੱਡ ਐਕਸਪੀਰੀਅੰਸ। ਇਹ ਤਾਂ ਕਾਫੀ ਲੋਕ ਕਹਿ ਰਹੇ ਸੀਗੇ ਕਿ ਜਿਵੇਂ ਦਿਲਜੀਤ ਦੋਸਾਂਝ ਵੀ ਸੋਸ਼ਲ ਮੀਡੀਆ ਤੇ ਆਪਣੇ ਕੁਝ ਨਾ ਕੁਝ ਕੁਕਿੰਗ ਦੀ ਵੀਡੀਓਜ਼ ਪਾਉਂਦੇ ਰਹਿੰਦੇ ਸੀਗੇ ਕਿ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਲਾਕਡਾਊਨ ਖੁੱਲੇ ਤਾਂ ਕੁਕਿੰਗ ਸ਼ੋਜ਼ ਦੇ ਵਿੱਚ ਸਾਰੇ ਸਾਨੂੰ ਸੈਲੀਬ੍ਰਿਟੀਜ਼ ਵੀ ਨਜ਼ਰ ਆ ਜਾਣ। ਬਿਲਕੁਲ ਫॉर द ਟਾਈਮਿੰਗ ਇਸ ਤਰ੍ਹਾਂ ਹੀ ਹੈ ਜੀ। ਜੀ ਬਿਲਕੁਲ। ਸੋ ਗੱਲਬਾਤ ਕਰਕੇ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ। ਉਮੀਦ ਹੈ ਸਾਡੀ ਆਡੀਅנס ਨੂੰ ਵਧੀਆ ਲੱਗਿਆ ਹੋਵੇਗਾ ਤੇ ਕਾਫੀ ਤੁਸੀਂ ਸਾਡੇ ਨਾਲ ਜਿਹੜੀ ਇਨਫੋਰਮੇਸ਼ਨ ਸੀ ਉਹ ਵੀ ਸਾਂਝੀ ਕੀਤੀ ਪੰਜਾਬੀ ਫਿਲਮ ਫੈਡਰੇਸ਼ਨ ਨੂੰ ਲੈ ਕੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਉਮੀਦ ਕਰਦੇ ਆ ਵੀ ਐਂਟਰਟੇਨਮੈਂਟ ਇੰਡਸਟਰੀ ਜਿਸ ਤਰੀਕੇ ਨਾਲ ਪਹਿਲਾਂ ਕੰਮ ਕਰ ਰਹੀ ਸੀ ਉਹਦੇ ਨਾਲੋਂ ਹੋਰ ਬਿਹਤਰ ਤਰੀਕੇ ਨਾਲ ਕੰਮ ਕਰੇਗੀ। ਸੋ ਬਹੁਤ ਧੰਨਵਾਦ ਜੀ ਟਾਈਮ ਦੇਣ ਦੇ ਲਈ। ਥੈਂਕ ਯੂ ਸੋ ਮਚ। ਸੋ ਇਹ ਸੀਗੇ ਜੀ ਓਮ ਜੀ ਗਰੁੱਪ ਤੋਂ ਡਿਸਟ੍ਰੀਬਿਊਟਰ ਮਨੀਸ਼ ਸਾਨੀ ਜੀ, ਜਿਨ੍ਹਾਂ ਨੇ ਪੰਜਾਬੀ ਫਿਲਮ ਫੈਡਰੇਸ਼ਨ ਬਾਰੇ ਸਾਡੇ ਨਾਲ ਕਾਫੀ ਅਹਿਮ ਗੱਲਾਂ ਬਾਤਾਂ ਕੀਤੀਆਂ। ਆਉਣ ਵਾਲੇ ਦੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਇਸ ਫਿਲਮ ਫੈਡਰੇਸ਼ਨ ਦੇ ਥਰੂ ਜਿਹੜੇ ਪੰਜਾਬੀ ਆਰਟਿਸਟ ਨੇ ਉਹਨਾਂ ਨੂੰ ਫਾਇਦਾ ਹੋਏਗਾ, ਜਿੰਨੀ ਉਹਨਾਂ ਦੀ ਪ੍ਰੋਬਲਮਸ ਹੈ ਉਹ ਸੋਲਵ ਹੋ ਸਕਣਗੀਆਂ। ਸੋ ਜਿਹੜੀ ਸਭ ਤੋਂ ਜ਼ਿਆਦਾ ਮੰਗ ਕੀਤੀ ਜਾ ਰਹੀ ਸੀ ਕਿ ਸੈਂਸਰ ਬੋਰਡ ਪੰਜਾਬ ਦਾ ਆਪਣਾ ਹੋਣਾ ਚਾਹੀਦਾ, ਸੋ ਇੱਕ ਉਮੀਦ ਜਾਗਦੀ ਹੈ ਹੁਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦਾ ਆਪਣਾ ਸੈਂਸਰ ਬੋਰਡ ਵੀ ਹੋਏਗਾ। ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ ਇੱਕ ਨਵੇਂ ਚਿਹਰੇ ਦੇ ਨਾਲ, ਇੱਕ ਨਵੀਂ ਹਸਤੀ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।